ਇਹ ਤੁਹਾਡੇ ਜਿਹੜਾ ਤੁਹਾਡਾ ਹੁਣ ਪੇਪਰ ਹੋਇਆ ਸੀ, ਠੀਕ ਹੈ, ਜਿਹੜਾ ਕੈਂਸਲ ਹੋ ਗਿਆ, ਉਹਦੀ ਸੀਡੀਪੀ ਹੈ ਜੋ ਮੈਂ ਇੱਥੇ ਡਿਸਕਸ ਕਰ ਰਹੀ ਹਾਂ। ਕਾਫੀ ਇਲੈਬੋਰੇਟ ਕਲਾਸਿਸ ਨੇ, ਲਾਸਟ 2 ਸੈਸ਼ਨ ਤੁਹਾਡੇ ਹੋ ਚੁੱਕੇ। ਅਗਰ ਤੁਸੀਂ ਪਹਿਲੇ ਨਹੀਂ ਦੇਖੇ ਤਾਂ ਉਹ ਜ਼ਰੂਰ ਦੇਖੋ, ਠੀਕ ਹੈ। ਤਾਂ 7ਵਾਂ ਕੁਐਸਚਨ ਸੀਗਾ ਜੀ ਆਪਣੇ ਕੋਲ, ਅਕੋਰਡਿੰਗ ਟੂ ਵਿਚ ਫਾਰਮ ਆਫ ਲਰਨਿੰਗ, ਸਿੱਖਣ ਦੀ ਕਿਹੜੀ ਜਿਹੜੀ ਕਿਸਮ ਹੈਗੀ ਆ, ਤਾਂ ਕੌਨਸੀਕੁਐਂਸਿਸ ਆਫ ਬਿਹੇਵੀਅਰ ਪ੍ਰੋਡਿਊਸ ਚੇਂजेस ਇਨ ਦਾ ਪ੍ਰੋਬੇਬਿਲਿਟੀ दैट द ਬਿਹੇਵੀਅਰ ਵਿਲ ਅਕਰ, ਠੀਕ ਹੈ। ਜਿਹਦੇ ਚ ਬੇਟਾ ਜੀ ਜਿਹੜੇ ਵਿਹਾਰ ਦੇ ਨਤੀਜੇ ਆ, ਵਿਹਾਰ ਦੇ ਵਾਪਰਨ ਦੀ ਸੰਭਾਵਨਾ ਦੇ ਵਿੱਚ ਬਦਲਾਵ ਕਰਦੇ ਆ। ਜੇ ਮੈਂ ਸਿੰਪਲ ਵੇ ਦੇ ਨਾਲ ਦੱਸਾਂ ਤਾਂ ਉਹ ਕਿਹੜੀ ਕਹਿੰਦੇ ਲਰਨਿੰਗ ਆ, ਜਿਹਦੇ ਚ ਜਿਹੜੀ ਕੌਨਸੀਕੁਐਂਸਿਸ ਹੈਗੇ ਨੇ, ਜਾਨੀ ਕਿ ਜਿਹੜਾ ਤੁਸੀਂ ਰਿਸਪੌਂਸ ਦਿੰਦੇ ਹੋ, ਠੀਕ ਹੈ, ਜਿਹੜਾ ਤੁਹਾਡਾ ਰਿਸਪੌਂਸ ਹੈਗਾ ਉਹ ਉਸ ਰਿਸਪੌਂਸ ਦੇ ਕਰਕੇ ਇੱਕ ਬਿਹੇਵੀਅਰ ਕ੍ਰੀਏਟ ਹੁੰਦਾ ਹੈ ਨਾ। ਤੁਹਾਨੂੰ ਕੌਨਸੀਕੁਐਂਸਿਸ ਰਿਸਪੌਂਸ ਮੈਂ ਬਹੁਤ ਵਾਰ ਜਦੋਂ ਅਸੀਂ ਲਰਨਿੰਗ ਵਾਲਾ ਟੌਪਿਕ ਕਰ ਰਹੇ ਸੀ ਮੈਂ ਤੁਹਾਨੂੰ ਕਲੀਅਰ ਕੀਤਾ ਸੀ। ਇੱਕ ਥਿਊਰੀ ਸਾਡੀ ਆਰ ਬੇਸਡ ਸੀਗੀ ਹੈ ਨਾ, ਆਰ ਦੇ ਉੱਪਰ ਟੋਟਲੀ ਡਿਪੈਂਡ ਕਰਦੀ ਸੀ ਕਿ ਉਹ ਕਿਹੜੀ ਥਿਊਰੀ ਸੀ ਜੀ, ਸਕਿਨਰ ਦੀ, ਠੀਕ ਹੈ। ਸਕਿਨਰ ਦੀ ਥਿਊਰੀ ਸੀ, ਥਿਊਰੀ ਦਾ ਨਾਮ ਕੀ ਸੀਗਾ, ਆਪਰੇਂਟ ਕੰਡੀਸ਼ਨਿੰਗ ਥਿਊਰੀ, ਜਿਹਦੇ ਚ ਮੈਂ ਤੁਹਾਨੂੰ ਬਹੁਤ ਅੱਛੀ ਤਰ੍ਹਾਂ ਡਿਫਾਈਨ ਕਰਵਾਇਆ ਸੀਗਾ ਕਿ ਜਦੋਂ ਵੀ ਤੁਸੀਂ ਜਿਹੜਾ ਸਕਿਨਰ ਹੈਗਾ ਉਹਦੇ ਅਕੋਰਡਿੰਗ ਜਦੋਂ ਵੀ ਤੁਸੀਂ ਲਰਨ ਕਰੋਗੇ ਹਨਾ, ਤਾਂ ਕਿਵੇਂ ਲਰਨ ਕਰੋਗੇ ਬੇਟਾ ਜੀ, ਤੁਹਾਨੂੰ ਇੱਕ ਸਟਿਮੂਲਸ ਦੇਤਾ, ਠੀਕ ਹੈ, ਕੋਈ ਵੀ ਸਟਿਮੂਲਸ ਦਿੱਤਾ, ਉਸ ਸਟਿਮੂਲਸ ਦੇ ਕਰਕੇ ਤੁਸੀਂ ਇੱਕ ਰਿਸਪੌਂਸ ਦੇਤਾ, ਠੀਕ ਹੈ। ਇੱਕ ਵਾਰ ਬੇਸ਼ੱਕ ਤੁਸੀਂ ਸਟਿਮੂਲਸ ਨੂੰ ਕੱਟ ਵੀ ਦਿਓ, ਮੈਂ ਸਿੰਪਲ ਇਹ ਕਹਾਂ ਕਿ ਤੁਸੀਂ ਇੱਕ ਰਿਸਪੌਂਸ ਦਿੱਤਾ, ਰਿਸਪੌਂਸ ਕੀ ਹੈਗਾ, ਤੁਹਾਡਾ ਰਿਜ਼ਲਟ, ਠੀਕ ਹੈ। ਰਿਸਪੌਂਸ ਕੀ ਹੈਗਾ, ਤੁਹਾਡਾ ਕੌਨਸੀਕੁਐਂਸਿਸ, ਸਿੱਟਾ, ਜੋ ਤੁਸੀਂ ਐਕਟੀਵਿਟੀ ਕੀਤੀ ਉਹਦਾ ਨਤੀਜਾ, ਠੀਕ ਹੈ। ਕੌਨਸੀਕੁਐਂਸਿਸ ਯਾਨੀ ਕਿ ਸਿੱਟਾ ਤੁਹਾਡੀ ਐਕਟੀਵਿਟੀ ਦਾ ਜੋ ਵੀ ਤੁਸੀਂ ਕਰ ਰਹੇ ਹੋ ਉਹਦੇ ਉੱਪਰ, ਉਸ ਰਿਸਪੌਂਸ ਦੇ ਉੱਪਰ, ਠੀਕ ਹੈ। ਉਹ ਰਿਸਪੌਂਸ ਤੁਹਾਡਾ ਸਹੀ ਹੈਗਾ, ਰਾਈਟ ਆ ਜਾਂ ਰੋਂਗ ਆ, ਮੈਂ ਉਹਨੂੰ ਪੱਕਾ ਕਰਨਾ ਜਾਂ ਮੈਂ ਉਹਨੂੰ ਕੱਚਾ ਕਰਨਾ, ਮੈਂ ਉਹਦੇ ਉੱਪਰ ਇੱਕ ਐਕਟੀਵਿਟੀ ਜਾਂ ਮੈਂ ਇਹ ਕਹੂੰਗੀ ਕਿ ਇੱਕ ਜਿਹੜੀ ਹੈਗੀ ਆ ਕੋਈ ਨਾ ਕੋਈ ਜਿਹੜੀ ਚੀਜ਼ ਹੈਗੀ ਆ ਤੁਹਾਨੂੰ ਪ੍ਰੋਵਾਈਡ ਕਰੂੰਗੀ। ਉਹ ਕੀ ਸੀਗਾ ਸਾਡੇ ਕੋਲ, ਰੀਇਨਫੋਰਸਮੈਂਟ, ਹਨਾ। ਇਹ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਕਲਾਸ ਦੇ ਵਿੱਚ ਬਹੁਤ ਅੱਛੀ ਤਰ੍ਹਾਂ ਕਰਵਾਈਆਂ ਸੀ, ਠੀਕ ਹੈ। ਤਾਂ ਦੇਖੋ ਕੌਨਸੀਕੁਐਂਸਿਸ ਦੇ ਉੱਪਰ ਤੁਸੀਂ ਬਿਹੇਵੀਅਰ ਕ੍ਰੀਏਟ ਕਰਦੇ ਹੋ। ਮੈਂ ਕੌਨਸੀਕੁਐਂਸਿਸ ਯਾਨੀ ਕਿ ਸਿੱਟਾ ਯਾਨੀ ਕਿ ਰਿਸਪੌਂਸ, ਠੀਕ ਹੈ, ਰਿਸਪੌਂਸ ਤੋਂ ਅੰਦਾਜ਼ਾ ਲਾਉਂਗੀ। ਜਿਵੇਂ ਤੁਹਾਡਾ ਪੀਟੈਟ ਦਾ ਪੇਪਰ ਹੋਇਆ, ਠੀਕ ਹੈ, ਤੁਸੀਂ ਇੱਕ ਨਤੀਜਾ ਸਾਹਮਣੇ ਰੱਖਤਾ ਕਿ ਮੈਮ ਕਿਸੇ ਨੇ कहता मैम 89 ਮਾਰਕਸ ਆ, ਕਿਸੇ ਨੇ कहता मैम मेरे 101 ਮਾਰਕਸ ਆ, ਹਨਾ। ਮੈਂ ਕਹੂੰਗੀ ਕਿ ਜਿਹੜਾ 89 ਵਾਲਾ ਹੈਗਾ ਉਹਦੇ ਚ ਥੋੜੀ ਇੰਪਰੂਵਮੈਂਟ ਦੀ ਲੋੜ ਹੈ। ਦੋਨੇ ਹੀ ਚੀਜ਼ਾਂ ਕੀ ਹੈਗੀਆਂ ਨੇ ਬੇਟਾ, ਰਿਸਪੌਂਸ, ਠੀਕ ਹੈ, ਦੋਨੇ ਚੀਜ਼ਾਂ ਰਿਸਪੌਂਸ ਨੇ। ਇਹਨਾਂ ਚੀਜ਼ਾਂ ਦੇ ਉੱਪਰ ਜਦੋਂ ਮੈਂ ਇਹ ਆਖਦੀ ਆ ਕਿ ਸਾਨੂੰ ਇਹਦੇ ਚ ਇੱਕ ਨੰਬਰ ਹਜੇ ਪਲੱਸ ਕਰਨਾ, ਠੀਕ ਹੈ, ਜਾਂ ਇਹਦੇ ਜਿਹੜੀ ਹੈਗੀ ਆ ਕੋਈ ਨਾ ਕੋਈ ਚੀਜ਼ ਜਾਂ ਕੋਈ ਨਾ ਕੋਈ ਇਨਫੋਰਮੇਸ਼ਨ ਜਾਂ ਜਿਹੜੀ ਤੁਹਾਡੇ ਚ ਵੀਕਨੈਸ ਹੈਗੀ ਉਹਨੂੰ ਅਸੀਂ ਇੰਪਰੂਵ ਕਰਨਾ ਹੈਗਾ, ਇਹ ਚੀਜ਼ ਮੈਂ ਤੁਹਾਡੇ ਰਿਸਪੌਂਸ ਦੇ ਉੱਪਰ ਦੇ ਰਹੀ ਹਾਂ। ਸੇਮ 101 ਵਾਲੇ ਬੱਚੇ ਨੂੰ ਮੈਂ ਆਖਦੀ ਆ ਕਿ ਵੈਰੀ ਗੁੱਡ ਬੇਟਾ, ਜਿਵੇਂ ਦੀ ਤੁਹਾਡੀ ਪਰਫਾਰਮੈਂਸ ਆ, ਜਿਵੇਂ ਤੁਸੀਂ ਪਰਫਾਰਮੈਂਸ ਦਿੱਤੀ ਜਾਂ ਜਿਵੇਂ ਦੀ ਪ੍ਰੈਕਟਿਸ ਤੁਸੀਂ ਕਰ ਰਹੇ ਹੋ, ਇਸੇ ਪ੍ਰੈਕਟਿਸ ਨੂੰ ਕੰਟੀਨਿਊ ਰੱਖਣਾ ਹੈ। ਤਾਂ ਇਹ ਚੀਜ਼ ਕੀ ਹੈਗੀ ਹੈ, ਰੀਇਨਫੋਰਸਮੈਂਟ, ਠੀਕ ਹੈ। ਰੀਇਨਫੋਰਸਮੈਂਟ ਹਮੇਸ਼ਾ ਕਿਹਦੇ ਉੱਪਰ ਦਵੋਗੇ, ਰਿਜ਼ਲਟ ਦੇ ਉੱਪਰ, ਕੌਨਸੀਕੁਐਂਸਿਸ ਦੇ ਉੱਪਰ, ਜਿਹਦੇ ਨਾਲ ਤੁਸੀਂ ਜਿਹੜਾ ਬਿਹੇਵੀਅਰ ਕ੍ਰੀਏਟ ਕਰਨਾ ਹੈਗਾ, ਇੱਕ ਬਿਹੇਵੀਅਰ ਜਿਹੜਾ ਬਣਾਉਣਾ ਹੈਗਾ, ਠੀਕ ਹੈ, ਉਹਨੂੰ ਬਣਾ ਸਕਦੇ ਹੋ। ਤਾਂ ਇਹਦੇ ਉੱਪਰ ਕਿਹੜੀ ਥਿਊਰੀ ਡਿਪੈਂਡ ਕਰਦੀ ਸੀ ਜੀ, ਸਾਡੀ ਆਪਰੇਂਟ ਕੰਡੀਸ਼ਨਿੰਗ ਥਿਊਰੀ। ਬਹੁਤ ਅੱਛੀ ਤਰ੍ਹਾਂ ਤੁਹਾਨੂੰ ਮੈਂ ਕਲਾਸ ਦੇ ਵਿੱਚ ਕਰਵਾਈ ਹੋਈ ਆ, ਠੀਕ ਹੈ। ਇਹਨੂੰ ਥੋੜਾ ਜਿਹਾ ਅਗਲੇ ਕੁਐਸਚਨ ਦੇ ਵਿੱਚ ਵੀ ਡਿਸਕਸ ਕਰਾਂਗੇ, ਬਟ ਜਿਹੜੀਆਂ ਬਾਕੀ ਥਿਊਰੀਆਂ ਨੇ ਵੀ ਮੈਂ ਤੁਹਾਨੂੰ ਇੱਥੇ ਮੋਟੀਆਂ-ਮੋਟੀਆਂ ਦੱਸ ਦਿੰਨੀ ਆ। ਕਲਾਸੀਕਲ ਕੰਡੀਸ਼ਨਿੰਗ ਥਿਊਰੀ, ਕਲਾਸੀਕਲ ਕੰਡੀਸ਼ਨਿੰਗ ਥਿਊਰੀ ਕਿਹਨੇ ਦਿੱਤੀ ਸੀਗੀ ਬੇਟਾ ਜੀ, ਪੈਵਲਵ ਨੇ, ਠੀਕ ਹੈ। ਪੈਵਲਵ ਨੇ, ਤੁਹਾਨੂੰ ਅੱਛੀ ਤਰ੍ਹਾਂ ਪਤਾ ਕਿਹਦੇ ਉੱਪਰ ਐਕਸਪੈਰੀਮੈਂਟ ਕੀਤਾ ਸੀਗਾ, ਡੌਗ ਦੇ ਉੱਪਰ ਐਕਸਪੈਰੀਮੈਂਟ ਕੀਤਾ ਸੀ। ਪੈਵਲਵ ਖੁਦ ਸੀਗੇ ਜਿਹੜੇ ਰਸ਼ੀਆ ਦੇ ਸੀਗੇ, ਜੇ ਪੁੱਛ ਵੀ ਲੈਣ ਕਿੱਥੋਂ ਦੇ ਸਾਈਕੋਲੋਜਿਸਟ ਆ ਤਾਂ ਤੁਸੀਂ ਕਹਿ ਸਕਦੇ ਹੋ ਰਸ਼ੀਅਨ ਸਾਈਕੋਲੋਜਿਸਟ ਆ। ਇਹਦੀ ਥਿਊਰੀ ਨੂੰ ਕਲਾਸੀਕਲ ਕੰਡੀਸ਼ਨਿੰਗ ਕਿਉਂ ਆਖਦੇ ਆ, ਕਿਉਂਕਿ ਬੇਟਾ ਜੀ ਕੰਡੀਸ਼ਨਿੰਗ ਦੇ ਉੱਪਰ ਵਰਕ ਕਰਨ ਵਾਲੀ ਜਾਂ ਕੰਡੀਸ਼ਨਿੰਗ ਦੇ ਰਾਹੀਂ ਬਿਹੇਵੀਅਰ ਬਣਾ ਸਕਦੇ ਹੋ, ਯਾਨੀ ਕਿ ਸਟਿਮੂਲਸ ਤੇ ਰਿਸਪੌਂਸ ਦੇ ਰਾਹੀਂ, ਠੀਕ ਹੈ। ਉੱਤੇ ਜਿਹੜਾ ਮੈਂ ਤੁਹਾਨੂੰ ਕਲਾਸ ਦੇ ਵਿੱਚ ਕਰਾਇਆ ਸੀਗਾ ਨਾ ਕਿ ਇੱਕ ਉੱਤੇ ਕੀ ਉਦੀਪਨ ਹੈਗਾ ਹਨਾ, ਤੇ ਉਹਦੇ ਬਰਾਬਰ ਤੁਸੀਂ ਅਨੁਕਿਰਿਆ ਕਰਦੇ ਹੋ ਪੰਜਾਬੀ ਦੇ ਵਿੱਚ, ਹਨਾ। ਬਟ ਮੈਂ ਨਾਲ ਹੀ ਇਹ ਵੀ ਆਖ ਦਿੰਦੀ ਹਾਂ ਪੰਜਾਬੀ ਦੇ ਵਿੱਚ ਨਾ ਕਰੋ, ਕਿਉਂਕਿ ਤੁਹਾਨੂੰ ਸਾਰੀਆਂ ਚੀਜ਼ਾਂ ਅੱਗੇ ਜਾ ਕੇ ਕਲੀਅਰ ਹੋ ਜਾਣੀਆਂ। ਦੇਖੋ ਕੰਡੀਸ਼ਨਿੰਗ ਸੇਮ ਲਿਖੀ ਹੋਈ ਆ, ਕਲਾਸੀਕਲ ਸੇਮ ਲਿਖਿਆ ਹੋਇਆ, ਜਦੋਂ ਕਿ ਪਰੰਪਰਾਗਤ ਹਨਾ ਇਸ ਤਰੀਕੇ ਨਾਲ ਬਣਨਾ ਚਾਹੀਦਾ ਪੰਜਾਬੀ ਦੇ ਵਿੱਚ, ਬਟ ਪੰਜਾਬੀ ਚ ਲਿਖਦੇ ਨਹੀਂ ਆ। ਤੇ ਇਸ ਕਰਕੇ ਜਿਹੜੀ ਸਟਿਮੂਲਸ ਤੇ ਰਿਸਪੌਂਸ ਹੈਗਾ, ਠੀਕ ਹੈ, ਸਟਿਮੂਲਸ ਤੇ ਰਿਸਪੌਂਸ ਦੇ ਰਾਹੀਂ ਬਿਹੇਵੀਅਰ ਕ੍ਰੀਏਟ ਕਰਨ ਦੇ ਉੱਪਰ ਜ਼ੋਰ ਦਿੰਦੀ ਆ ਪਹਿਲੀ ਥਿਊਰੀ, ਪੈਵਲਵ ਦੀ ਥਿਊਰੀ, ਜਿਹਦੇ ਕਰਕੇ ਇਹਨੂੰ ਕਲਾਸੀਕਲ ਕੰਡੀਸ਼ਨਿੰਗ ਥਿਊਰੀ ਆਖਦੇ ਆ, ਠੀਕ ਹੈ। ਕਲਾਸੀਕਲ ਕੰਡੀਸ਼ਨਿੰਗ ਥਿਊਰੀ ਦੇ ਅਕੋਰਡਿੰਗ ਬੇਟਾ ਜੀ ਇਹਨੇ ਇੱਕ ਡੌਗ ਦੇ ਉੱਪਰ ਐਕਸਪੈਰੀਮੈਂਟ ਕੀਤਾ, ਠੀਕ ਹੈ। ਤਿੰਨ ਕੰਡੀਸ਼ਨ ਸਾਹਮਣੇ ਰੱਖੀਆਂ, ਠੀਕ ਹੈ। ਤਿੰਨ ਕੰਡੀਸ਼ਨ ਕਿਹੜੀਆਂ-ਕਿਹੜੀਆਂ ਸਾਹਮਣੇ ਰੱਖੀਆਂ, ਪਹਿਲੀ ਸੀਗੀ ਬੇਟਾ ਜੀ, ਪਹਿਲੀ ਸਿਚੁਏਸ਼ਨ ਦੀ ਜੇ ਅਸੀਂ ਗੱਲ ਕਰਦੇ ਹਾਂ ਤਾਂ ਕੀ ਸੀਗੀ ਜੀ, ਬਿਫੋਰ ਕੰਡੀਸ਼ਨਿੰਗ, ਠੀਕ ਹੈ। ਬਿਫੋਰ ਕੰਡੀਸ਼ਨਿੰਗ ਮਤਲਬ ਜਦੋਂ ਹਜੇ ਅਸੀਂ ਉਹਦਾ ਬਿਹੇਵੀਅਰ ਕ੍ਰੀਏਟ ਨਹੀਂ ਕੀਤਾ। ਕੰਡੀਸ਼ਨਿੰਗ ਮੈਂ ਤੁਹਾਨੂੰ ਕਲਾਸ ਦੇ ਵਿੱਚ ਅੱਛੀ ਤਰ੍ਹਾਂ ਡਿਫਾਈਨ ਕਰਵਾਈ ਹੋਈ ਆ, ਜਦੋਂ ਵੀ ਤੁਸੀਂ ਇੱਕ
ਜਿਹੜਾ ਸਟਿਮੂਲਸ ਹੈਗਾ ਆਰਟੀਫੀਸ਼ੀਅਲ ਸਟਿਮੂਲਸ ਦੇ ਰਾਹੀਂ ਇੱਕ ਨੈਚੁਰਲ ਰਿਸਪੌਂਸ ਲੈਂਦੇ ਹੋ, ਠੀਕ ਹੈ। ਬਹੁਤ ਅੱਛੀ ਤਰ੍ਹਾਂ ਤੁਹਾਨੂੰ ਡਿਫਾਈਨ ਹੈ ਇਹ ਕਿ ਜਦੋਂ ਤੁਸੀਂ ਇੱਕ ਆਰਟੀਫੀਸ਼ੀਅਲ ਕਿਸੇ ਵੀ ਆਰਟੀਫੀਸ਼ੀਅਲ ਚੀਜ਼ ਦੇ ਰਾਹੀਂ ਮੈਂ ਇੱਕ ਨੈਚੁਰਲ ਰਿਸਪੌਂਸ ਲੈਣ ਦੀ ਕੋਸ਼ਿਸ਼ ਕਰਾਂ, ਨੈਚੁਰਲ ਰਿਸਪੌਂਸ ਕ੍ਰੀਏਟ ਕਰਾਂ, ਤਾਂ ਉਹ ਕੀ ਹੁੰਦੀ ਆ ਕੰਡੀਸ਼ਨਿੰਗ। ਮੈਂ ਤੁਹਾਨੂੰ ਇਨਾਮ ਦਿੱਤਾ, ਠੀਕ ਹੈ, ਮੈਂ ਇਹ ਕਹਿਤਾ ਜਿਹੜਾ ਬੱਚਾ ਪੇਪਰ ਦੇ ਵਿੱਚੋਂ ਪਾਸ ਹੋਊਗਾ ਉਹਨੂੰ ਇੱਕ ਟਰੋਫੀ ਦਿੱਤੀ ਜਾਊਗੀ। ਤਾਂ ਉਹ ਜਿਹੜੀ ਟਰੋਫੀ ਹੈਗੀ ਆ, ਟਰੋਫੀ ਦੇ ਰਾਹੀਂ ਮੈਂ ਤੁਹਾਡੇ ਇੱਕ ਬਿਹੇਵੀਅਰ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ, ਠੀਕ ਹੈ। ਤੁਸੀਂ ਬਾਰ-ਬਾਰ ਉਹ ਟਰੋਫੀ ਲੈਣ ਦੇ ਲਈ ਕਲਾਸ ਦੇ ਵਿੱਚੋਂ ਟੌਪ ਕਰਦੇ ਰਹੋਗੇ, ਤਾਂ ਇਹ ਕੀ ਹੈਗੀ ਹੈ ਕੰਡੀਸ਼ਨਿੰਗ। ਮੈਂ ਕੰਡੀਸ਼ਨਿੰਗ ਇੱਕ ਆਰਟੀਫੀਸ਼ੀਅਲ ਚੀਜ਼ ਦੇ ਰਾਹੀਂ ਤੁਹਾਡਾ ਬਿਹੇਵੀਅਰ ਕ੍ਰੀਏਟ ਕਰ ਰਹੀ ਹਾਂ, ਠੀਕ ਹੈ। ਤਾਂ ਬੇਟਾ ਜਿਹੜਾ ਪੈਵਲਵ ਸੀਗਾ ਇਹਨੇ ਤਿੰਨ ਚੀਜ਼ਾਂ ਸਾਹਮਣੇ ਰੱਖੀਆਂ, ਇੱਕ ਸੀਗੀ ਬਿਫੋਰ ਕੰਡੀਸ਼ਨਿੰਗ, ਠੀਕ ਹੈ, ਇੱਕ ਆਪਣੇ ਕੋਲ ਡਿਊਰਿੰਗ ਕੰਡੀਸ਼ਨਿੰਗ, ਠੀਕ ਹੈ, ਡਿਊਰਿੰਗ ਕੰਡੀਸ਼ਨਿੰਗ ਜਦੋਂ ਉਹ ਡੌਗ ਦੇ ਉੱਪਰ ਐਕਸਪੈਰੀਮੈਂਟ ਕਰ ਰਿਹਾ, ਠੀਕ ਹੈ, ਤੇ ਥਰਡ ਸੀਗੀ ਬੇਟਾ ਜੀ ਆਫਟਰ ਕੰਡੀਸ਼ਨਿੰਗ, ਠੀਕ ਹੈ, ਆਫਟਰ ਕੰਡੀਸ਼ਨਿੰਗ। ਇਹ ਮੈਂ ਤੁਹਾਨੂੰ ਵੈਸੇ ਪਹਿਲਾਂ ਸੈਸ਼ਨਸ ਦੇ ਵਿੱਚ ਜਿਹੜੇ ਲਾਈਵ ਦਿੱਤੇ ਨੇ ਉਹਨਾਂ ਦੇ ਵਿੱਚ ਕਰਵਾ ਚੁੱਕੀ ਹਾਂ। ਬਿਫੋਰ ਕੰਡੀਸ਼ਨਿੰਗ ਦੇ ਵਿੱਚ ਕੀ ਆ ਬੇਟਾ ਜੀ, ਇੱਕ ਡੌਗ ਆ ਜਿਹੜਾ ਹਨਾ, ਡੌਗ ਨੂੰ ਉਹਨੇ ਕੀ ਕੀਤਾ, ਇੱਕ ਫੂਡ ਦਿੱਤਾ ਨਾ। ਪਹਿਲੀ ਕੰਡੀਸ਼ਨ ਕੀ ਹੈਗਾ, ਉਹਨੇ ਇੱਕ ਫੂਡ ਦਿੱਤਾ, ਠੀਕ ਹੈ। ਫੂਡ ਨੂੰ ਦੇਖਦੇ ਹੀ ਡੌਗ ਨੇ ਕੀ ਕੀਤਾ ਜੀ, ਇੱਕ ਸਲਾਈਵਾ ਆਊਟ ਕੀਤਾ, ਠੀਕ ਹੈ। ਫੂਡ ਨੂੰ ਦੇਖਦਿਆਂ ਹੀ ਉਹਨੇ ਸਲਾਈਵਾ ਆਊਟ ਕੀਤਾ। ਇੱਥੇ ਫੂਡ ਜਿਹੜਾ ਸੀਗਾ ਬੇਟਾ ਜੀ, ਮੈਨੂੰ ਪੈਨ ਚੇਂਜ ਕਰ ਲਓ ਕਲਰ, ਠੀਕ ਹੈ। ਤਾਂ ਦੇਖੋ ਫੂਡ ਜਿਹੜਾ ਸੀਗਾ ਉਹ ਦਿੱਤਾ, ਫੂਡ ਦੇਣ ਦੇ ਨਾਲ ਇੱਕ ਸਲਾਈਵਾ ਆਊਟ ਹੋਇਆ। ਜਿਹੜਾ ਫੂਡ ਆ ਬੇਟਾ ਜੀ ਇੱਥੇ ਅਨਕੰਡੀਸ਼ਨਲ ਸਟਿਮੂਲਸ ਆ, ਠੀਕ ਹੈ। ਮੈਂ ਤੁਹਾਨੂੰ ਕਲਾਸ ਦੇ ਵਿੱਚ ਕਰਵਾਇਆ ਸੀ ਪਹਿਲਾਂ ਵੀ ਕਿਸੇ ਸੈਸ਼ਨ ਦੇ ਵਿੱਚ ਯੂਐਸ, ਠੀਕ ਹੈ, ਯੂਐਸ ਤੇ ਯੂਆਰ ਚੀਜ਼ ਮੈਂ ਤੁਹਾਨੂੰ ਕਰਵਾਈ ਸੀ। ਯੂਐਸ ਕੀ ਹੈਗਾ ਬੇਟਾ ਜੀ, ਜਿਹੜਾ ਅਨਕੰਡੀਸ਼ਨਲ ਸਟਿਮੂਲਸ ਆ। ਅਨਕੰਡੀਸ਼ਨਲ ਸਟਿਮੂਲਸ ਕਿਹੜਾ, ਸਟਿਮੂਲਸ ਦੇਣ ਤੋਂ ਪਹਿਲਾਂ ਜਿਹੜਾ ਕੰਡੀਸ਼ਨਿੰਗ ਤੋਂ ਪਹਿਲਾਂ ਜਿਹੜਾ ਤੁਸੀਂ ਸਟਿਮੂਲਸ ਦਿੰਦੇ ਹੋ ਹਨਾ, ਜਿਹਦੇ ਕਰਕੇ ਇੱਕ ਨੈਚੁਰਲ ਰਿਸਪੌਂਸ ਆਇਆ। ਨੈਚੁਰਲ ਨਾ, ਜਦੋਂ ਤੁਸੀਂ ਖਾਣ ਵਾਲੀ ਕੋਈ ਚੀਜ਼ ਦੇਖੋਗੇ ਤਾਂ ਖਾਣ ਵਾਲੀ ਚੀਜ਼ ਨੂੰ ਦੇਖ ਕੇ ਮੂੰਹ ਦੇ ਵਿੱਚੋਂ ਲਾਰ ਟਪਕੂਗੀ, ਠੀਕ ਹੈ। ਇਹ ਅਨਕੰਡੀਸ਼ਨਲ ਆ, ਜਾਨੀ ਕਿ ਤੁਸੀਂ ਕੋਈ ਕੰਡੀਸ਼ਨਿੰਗ ਨਹੀਂ ਕੀਤੀ, ਹਜੇ ਕੋਈ ਵੀ ਚੀਜ਼ ਕ੍ਰੀਏਟ ਨਹੀਂ ਕੀਤੀ, ਕੋਈ ਆਰਟੀਫੀਸ਼ੀਅਲ ਚੀਜ਼ ਨਹੀਂ ਦਿੱਤੀ, ਠੀਕ ਹੈ। ਨੈਚੁਰਲ ਹੀ ਇੱਕ ਜਿਹੜਾ ਰਿਸਪੌਂਸ ਸੀਗਾ ਉਸ ਚੀਜ਼ ਨੂੰ ਦੇਖ ਕੇ ਆਇਆ। ਸੇਮ ਹੀ ਬੇਟਾ ਜੀ ਇੱਥੇ ਜੇ ਮੈਂ ਬਿਫੋਰ ਕੰਡੀਸ਼ਨਿੰਗ ਦੀ ਗੱਲ ਕਰਾਂ, ਜੇ ਕੰਡੀਸ਼ਨਿੰਗ ਕਰਨ ਤੋਂ ਪਹਿਲਾਂ ਹੀ ਜੇ ਅਸੀਂ ਦੂਜੀ ਸਿਚੁਏਸ਼ਨ ਦੇਖਦੇ ਹਾਂ ਤਾਂ ਮੈਂ ਬੈਲ ਵਜਾਈ ਹਨਾ, ਮਤਲਬ ਪੈਵਲਵ ਨੇ ਬੈਲ ਵਜਾਈ, ਬੈਲ ਵਜਾ ਕੇ ਡੌਗ ਦਾ ਰਿਸਪੌਂਸ ਦੇਖਿਆ, ਠੀਕ ਹੈ, ਤਾਂ ਕੋਈ ਵੀ ਸਲਾਈਵਾ ਆਊਟ ਨਹੀਂ ਹੋਇਆ, ਠੀਕ ਹੈ। ਬਟ ਮੈਂ ਬਿਹੇਵੀਅਰ ਕੀ ਕ੍ਰੀਏਟ ਕਰਨਾ ਕਿ ਬੈਲ ਦੇ ਨਾਲ ਵੀ ਸਲਾਈਵਾ ਪ੍ਰੋਡਿਊਸ ਹੋਵੇ, ਠੀਕ ਹੈ, ਨਹੀਂ ਹੋਇਆ ਨਾ, ਕਲੀਅਰ। ਤਾਂ ਜਿਹੜੀ ਪਹਿਲੀ ਸਿਚੁਏਸ਼ਨ ਸੀਗੀ ਉਹ ਸਾਡੇ ਕੋਲ ਇਹ ਆ, ਕੰਡੀਸ਼ਨਿੰਗ ਤੋਂ ਪਹਿਲਾਂ ਉਹ ਨੈਚੁਰਲ ਜਿਹੜੀ ਸਟਿਮੂਲਸ ਹੈਗਾ ਉਹਦੇ ਉੱਪਰ ਇੱਕ ਕੋਈ ਵੀ ਬੱਚਾ ਜਿਹੜਾ ਹੈਗਾ ਉਹ ਇੱਕ ਰਿਸਪੌਂਸ ਦਊਗਾ। ਬਟ ਅਗਰ ਅਸੀਂ ਜਿਹੜਾ ਹੈਗਾ ਉਹਦਾ ਰਿਸਪੌਂਸ ਕ੍ਰੀਏਟ ਕਰਨਾ ਹੈਗਾ ਇੱਕ ਨੈਚੁਰਲ ਵੇ ਦੇ ਨਾਲ, ਨੈਚੁਰਲ ਕੰਡੀਸ਼ਨਿੰਗ ਦੇ ਨਾਲ, ਫਿਰ ਸਾਨੂੰ ਜਿਹੜਾ ਹੈਗਾ ਇੱਕ ਕੰਡੀਸ਼ਨਿੰਗ ਜਾਂ ਕੋਈ ਨਾ ਕੋਈ ਚੀਜ਼, ਕੋਈ ਨਾ ਕੋਈ ਆਰਟੀਫੀਸ਼ੀਅਲ ਚੀਜ਼ ਉਹਦੇ ਸਾਹਮਣੇ ਰੱਖਣੀ ਪਊਗੀ, ਠੀਕ ਹੈ। ਫਿਰ ਕੀ ਕੰਡੀਸ਼ਨਿੰਗ ਆ ਗਈ ਬੇਟਾ ਜੀ, ਫਿਰ ਮੈਂ ਕੰਡੀਸ਼ਨਿੰਗ ਕੀਤੀ, ਯਾਨੀ ਕਿ ਪੈਵਲਵ ਨੇ ਕੋਸ਼ਿਸ਼ ਕੀਤੀ ਕਿ ਮੈਂ ਕੋਸ਼ਿਸ਼ ਕਰਕੇ ਵੇਖਾਂ ਕਿ ਉਹ ਬੈਲ ਦੇ ਉੱਪਰ ਵੀ ਕੀ ਕਰੇ ਜੀ, ਆਪਣਾ ਇੱਕ ਸਲਾਈਵਾ ਪ੍ਰੋਡਿਊਸ ਕਰੇ। ਤਾਂ ਡਿਊਰਿੰਗ ਕੀ ਹੋਇਆ ਬੇਟਾ ਜੀ, ਡਿਊਰਿੰਗ ਉਹਨੇ ਪਹਿਲਾਂ ਬੈਲ ਵਜਾਈ, ਠੀਕ ਹੈ, ਪਲੱਸ ਫੂਡ ਦਿੱਤਾ, ਠੀਕ ਹੈ, ਕੀ ਹੋ ਗਿਆ ਜੀ, ਸਲਾਈਵਾ ਆਊਟ ਹੋ ਗਿਆ, ਠੀਕ ਹੈ। ਇੱਥੇ ਵੀ ਬੇਟਾ ਜੀ ਜਿਹੜਾ ਸਲਾਈਵਾ ਆਊਟ ਹੋਇਆ ਨਾ ਉਹ ਕੀ ਆ, ਅਨਕੰਡੀਸ਼ਨਲ ਰਿਸਪੌਂਸ ਆ। ਅਨਕੰਡੀਸ਼ਨਲ ਕਿਉਂ ਹੈਗਾ, ਕਿਉਂਕਿ ਫੂਡ ਨੂੰ ਦੇਖ ਕੇ ਨੈਚੁਰਲ ਹੀਅਰ ਉਹਦਾ ਸਲਾਈਵਾ ਆਊਟ ਹੋਣਾ ਹੀ ਹੋਣਾ। ਅਗਰ ਤੁਸੀਂ ਬੈਲ ਦੇ ਨਾਲ ਫੂਡ ਦੇ ਰਹੇ ਹੋ ਤਾਂ ਸਲਾਈਵਾ ਆਊਟ ਹੋਣਾ ਹੀ ਹੋਣਾ, ਕਿਉਂਕਿ ਫੂਡ ਨੂੰ ਦੇਖ ਕੇ ਹਰ ਇੱਕ ਪਰਸਨ ਦੇ ਮੂੰਹ ਦੇ ਵਿੱਚੋਂ ਲਾਰ ਟਪਕਦੀ ਆ। ਬਟ ਅਗੇਨ ਅਸੀਂ ਕੀ ਬਣਾਉਣਾ ਸੀਗਾ ਕਿ ਬੈਲ ਦੇ ਉੱਪਰ ਵੀ ਕੀ ਕਰੇ ਜੀ, ਰਿਸਪੌਂਸ ਦਵੇ ਹਨਾ। ਇਸ ਕਰਕੇ ਉਹ ਲਗਾਤਾਰ ਡਿਊਰਿੰਗ ਕੰਡੀਸ਼ਨਲ ਹਨਾ, ਬਿਫੋਰ ਨਹੀਂ, ਇੱਥੇ ਆ ਡਿਊਰਿੰਗ ਦੇ ਵਿੱਚ ਕਰ ਲਿਓ ਹਨਾ, ਆ ਚੀਜ਼ ਜਿਹੜੀ ਡਿਊਰਿੰਗ ਦੇ ਵਿੱਚ ਕਰੋ ਜਿਹੜੀ ਮੈਂ ਤੁਹਾਨੂੰ ਆ ਕਰਵਾ ਰਹੀ ਹਾਂ ਹੁਣ, ਠੀਕ ਹੈ। ਤਾਂ ਬੇਟਾ ਜੀ ਜਦੋਂ ਡਿਊਰਿੰਗ ਕੰਡੀਸ਼ਨਿੰਗ ਆ ਉਹ ਬੈਲ ਵਜਾ ਰਿਹਾ, ਫੂਡ ਦੇ ਰਿਹਾ, ਲਗਾਤਾਰ 4-5 ਦਿਨ ਬੈਲ ਵਜਾਈ, ਫੂਡ ਦਿੱਤਾ, ਬੈਲ ਵਜਾਈ, ਫੂਡ ਦਿੱਤਾ ਹਨਾ, ਕੰਡੀਸ਼ਨਿੰਗ ਚੱਲਦੀ ਰਹੀ, ਠੀਕ ਹੈ। ਇੱਥੇ ਵੀ ਧਿਆਨ ਦੇ ਵਿੱਚ ਰੱਖਿਓ ਕਿ ਜਿਹੜੀ ਬੈਲ ਹੈਗੀ ਆ ਬੇਟਾ ਜੀ ਸਾਡੇ ਕੋਲ ਕੀ ਹੈਗੀ ਆ, ਇੱਕ ਨਿਊਟਰਲ ਸਟਿਮੂਲਸ ਆ, ਠੀਕ ਹੈ, ਨਿਊਟਰਲ ਸਟਿਮੂਲਸ ਆ, ਠੀਕ ਹੈ, ਵੈਸੇ ਇੱਕ ਆਰਟੀਫੀਸ਼ੀਅਲ ਸਟਿਮੂਲਸ ਤੁਸੀਂ ਕਹਿ ਸਕਦੇ ਹੋ। ਤਾਂ ਡਿਊਰਿੰਗ ਕੰਡੀਸ਼ਨਿੰਗ ਕੀ ਕੀਤਾ, 10 ਦਿਨ ਮੰਨ ਲਓ ਲਗਾਤਾਰ ਇਹ ਪ੍ਰੋਸੈਸ ਚੱਲਦਾ ਰਿਹਾ। ਕੀ ਹੋਇਆ ਬੇਟਾ ਜੀ, ਜਦੋਂ ਉਹਦੀ ਕੰਡੀਸ਼ਨਿੰਗ ਹੋ ਗਈ, ਕੰਡੀਸ਼ਨਿੰਗ ਕੀ ਸੀਗੀ, ਆਰਟੀਫੀਸ਼ੀਅਲ ਚੀਜ਼ ਦੇ ਰਾਹੀਂ ਇੱਕ ਨੈਚੁਰਲ ਰਿਸਪੌਂਸ ਆਉਣਾ ਸ਼ੁਰੂ ਹੋ ਗਿਆ। ਤਾਂ ਫਿਰ ਕੀ ਚੀਜ਼ ਆ ਗਈ ਜੀ, ਆਫਟਰ ਕੰਡੀਸ਼ਨਿੰਗ, ਠੀਕ ਹੈ। ਆਫਟਰ ਕੰਡੀਸ਼ਨਿੰਗ ਜਾਨੀ ਕਿ ਜਦੋਂ ਜਿਹੜਾ ਪੈਵਲਵ ਸੀਗਾ ਉਹਨੇ ਕੱਲੀ ਬੈਲ ਵੀ ਵਜਾਉਣੀ ਸ਼ੁਰੂ ਕੀਤੀ ਹਨਾ, ਕੱਲੀ ਬੈਲ ਵਜਾਈ ਤਾਂ ਕੱਲੀ ਬੈਲ ਦੇ ਨਾਲ ਵੀ ਸਲਾਈਵਾ ਆਊਟ ਹੋਣ ਲੱਗ ਗਿਆ, ਜੋ ਕਿ ਉਹਨੇ ਬਣਾਉਣਾ ਸੀ, ਜੋ ਕਿ ਉਹਨੇ ਲਰਨ ਕਰਾਉਣਾ ਸੀ, ਠੀਕ ਹੈ। ਤਾਂ ਉਹਨੇ ਕੀ ਸੋਚਿਆ ਸੀਗਾ ਕਿ ਮੈਂ ਇਸ ਤਰ੍ਹਾਂ ਦਾ ਬਿਹੇਵੀਅਰ ਬਣਾਵਾਂ ਕਿ ਮੈਂ ਕੋਈ ਆਰਟੀਫੀਸ਼ੀਅਲ ਚੀਜ਼ ਜਾਂ ਕੋਈ ਵੀ ਚੀਜ਼ ਜਿਹੜੀ ਹੈਗੀ ਆ ਉਹਦੇ ਕੋਲ ਜਿਹਦੇ ਤੇ ਉਹ ਨੈਚੁਰਲ ਰਿਸਪੌਂਸ ਦੇ ਰਿਹਾ ਉਹ ਨਾ ਹੋਵੇ ਹਨਾ, ਕੋਈ ਆਰਟੀਫੀਸ਼ੀਅਲ ਚੀਜ਼ ਵੀ ਹੋਵੇ ਤਾਂ ਉਹਦੇ ਰਾਹੀਂ ਵੀ ਉਹ ਰਿਸਪੌਂਸ ਦਵੇ, ਠੀਕ ਹੈ। ਤਾਂ ਉਹਨੇ ਬੈਲ ਦੇ ਨਾਲ ਸਲਾਈਵਾ ਆਊਟ ਕਰਨ ਦੀ ਜਿਹੜੀ ਪ੍ਰਕਿਰਿਆ ਸੀ, ਜੋ ਚਾਹੁੰਦਾ ਸੀਗਾ ਉਹਨੇ ਉਹ ਕਰਵਾਇਆ।
ਇੱਥੇ ਬੇਟਾ ਜਿਹੜਾ ਸਾਡੇ ਕੋਲ ਬੈਲ ਹੈਗੀ ਆ, ਇਹ ਕਈ ਵਾਰ ਪੁੱਛ ਲਏ ਜਾਂਦੇ ਆ ਕੁਐਸਚਨ, ਠੀਕ ਹੈ। ਇੱਥੇ ਜਿਹੜੀ ਸਾਡੇ ਕੋਲ ਹੁਣ ਆਫਟਰ ਕੰਡੀਸ਼ਨਿੰਗ ਜਿਹੜੀ ਸਾਡੇ ਕੋਲ ਬੈਲ ਹੈਗੀ ਆ ਬੇਟਾ ਜੀ, ਕੀ ਹੈਗਾ, ਕੰਡੀਸ਼ਨਰ ਸਟਿਮੂਲਸ, ਠੀਕ ਹੈ। ਕੰਡੀਸ਼ਨਰ ਸਟਿਮੂਲਸ ਆ ਤੇ ਉਹਦੇ ਨਾਲ ਜਿਹੜਾ ਸਲਾਈਵਾ ਪ੍ਰੋਡਿਊਸ ਹੋਇਆ ਉਹ ਕੀ ਆ, ਕੰਡੀਸ਼ਨਰ ਰਿਸਪੌਂਸ। ਕੰਡੀਸ਼ਨਰ ਜਾਨੀ ਕਿ ਕੰਡੀਸ਼ਨਸ ਲਾ ਕੇ ਜਾਂ ਆਰਟੀਫਿਸ਼ੀਅਲ ਤਰੀਕੇ ਦੇ ਨਾਲ, ਜਾਂ ਜੋ ਅਸੀਂ ਪ੍ਰਕਿਰਿਆ ਕਰਨੀ ਸੀ ਉਸ ਪ੍ਰਕਿਰਿਆ ਤੋਂ ਬਾਅਦ ਜੋ ਅਸੀਂ ਬਿਹੇਵੀਅਰ ਕ੍ਰੀਏਟ ਕਰਵਾਉਣਾ ਸੀਗਾ ਉਹ ਹੋਇਆ, ਹਨਾ। ਤਾਂ ਜਿਹੜੀ ਸਾਡੇ ਕੋਲ ਬੈਲ ਇੱਥੇ ਹੈਗੀ ਉਹ ਕੰਡੀਸ਼ਨਰ ਸਟਿਮੂਲਸ ਆ, ਜਿਹਦੇ ਕਰਕੇ ਸਾਡੇ ਕੋਲ ਕੰਡੀਸ਼ਨਰ ਰਿਸਪੌਂਸ ਆਪਣੇ ਆਪ ਬੈਲ ਨੂੰ ਦੇਖ ਕੇ, ਜਿਹੜਾ ਸੀ ਬੈਲ ਨੂੰ ਸੁਣ ਕੇ ਜਿਹੜਾ ਸੀ ਸਲਾਈਵਾ ਪ੍ਰੋਡਿਊਸ ਹੋਣ ਲੱਗ ਗਿਆ, ਯਾਨੀ ਕਿ ਜਿਹੜਾ ਬਿਹੇਵੀਅਰ ਸੀਗਾ ਉਹ ਬਣ ਗਿਆ, ਠੀਕ ਹੈ। ਤੇ ਇਹ ਥਿਊਰੀ ਜਿਹੜੀ ਇਸ ਚੀਜ਼ ਦੇ ਉੱਪਰ ਕੰਸੈਂਟਰੇਟ ਕਰਦੀ ਆ ਕਿ ਜਿਹੜੇ ਸਟਿਮੂਲਸ ਹੈਗੇ ਆ, ਠੀਕ ਹੈ, ਸਟਿਮੂਲਸ ਹੈਗੇ ਆ, ਉਸ ਸਟਿਮੂਲਸ ਦੇ ਰਾਹੀਂ ਤੁਸੀਂ ਇੱਕ ਰਿਸਪੌਂਸ ਆ ਜਿਹੜਾ ਉਹ ਕ੍ਰੀਏਟ ਕਰ ਸਕਦੇ ਹੋ, ਠੀਕ ਹੈ। ਜਿਹੜੇ ਸਟਿਮੂਲਸ ਹੈਗੇ ਆ ਉਹ ਤੁਹਾਡੇ ਕੋਲ ਅਗਰ ਨੈਚੁਰਲ ਸਟਿਮੂਲਸ ਆ, ਜਾਂ ਮੈਂ ਇਹ ਕਹਾਂ ਕਿ ਜਿਹੜਾ ਅਨਕੰਡੀਸ਼ਨਲ ਸਟਿਮੂਲਸ ਆ ਤਾਂ ਉਹਦੇ ਨਾਲ ਅਨਕੰਡੀਸ਼ਨਲ ਰਿਸਪੌਂਸ ਆਊਗਾ। ਅਗਰ ਤੁਸੀਂ ਕੰਡੀਸ਼ਨਿੰਗ ਲਾ ਦਿੰਦੇ ਹੋ ਤਾਂ ਉਸ ਤੋਂ ਬਾਅਦ ਤੁਹਾਡੇ ਕੋਲ ਕੰਡੀਸ਼ਨਲ ਸਟਿਮੂਲਸ ਦੇ ਨਾਲ ਕੰਡੀਸ਼ਨਿੰਗ ਜਿਹੜਾ ਰਿਸਪੌਂਸ ਆ ਜਾਊਗਾ, ਠੀਕ ਹੈ। ਜਿਹੜੀ ਚੀਜ਼ ਲਿੰਕ ਅਪ ਨਹੀਂ ਵੀ ਕਰਦੀ ਉਸ ਚੀਜ਼ ਦੇ ਨਾਲ ਵੀ ਤੁਸੀਂ ਕਿਸੇ ਦਾ ਰਿਸਪੌਂਸ ਬਣਾ ਸਕਦੇ ਹੋ। ਤਾਂ ਸਿੰਪਲ ਕੰਡੀਸ਼ਨਿੰਗ ਦੇ ਰਾਹੀਂ, ਸਟਿਮੂਲਸ ਦੇ ਰਿਸਪੌਂਸ ਦੇ ਰਾਹੀਂ, ਕਲਾਸੀਕਲ ਕੰਡੀਸ਼ਨਿੰਗ ਥਿਊਰੀ ਦੇ ਅਕੋਰਡਿੰਗ ਕੋਈ ਵੀ ਪਰਸਨ ਜਿਹੜਾ ਹੈਗਾ ਉਹ ਲਰਨਿੰਗ ਕਰ ਸਕਦਾ, ਠੀਕ ਹੈ। ਤੇ ਇਸ ਚੀਜ਼ ਦੇ ਉੱਪਰ ਜਿਹੜੀ ਸਾਡੀ ਕਲਾਸੀਕਲ ਕੰਡੀਸ਼ਨਿੰਗ ਥਿਊਰੀ ਆ ਉਹ ਕੰਸੈਂਟਰੇਟ ਕਰਦੀ ਹੈ, ਠੀਕ ਹੈ। ਕਲੀਅਰ। ਨੈਚੁਰਲ ਰਿਸਪੌਂਸ ਲੈਣਾ ਕਿਸੇ ਵੀ ਆਰਟੀਫਿਸ਼ੀਅਲ ਚੀਜ਼ ਦੇ ਰਾਹੀਂ, ਤੇ ਇਹ ਤੁਹਾਨੂੰ ਧਿਆਨ ਦੇ ਵਿੱਚ ਰੱਖਣੀ ਪਊਗੀ। ਕਿਹਨੇ ਦਿੱਤੀ ਆ, ਪੈਵਲਵ ਨੇ, ਠੀਕ ਹੈ। ਆਪਰੇਂਟ ਕੰਡੀਸ਼ਨਿੰਗ ਕਿਹਨੇ ਦਿੱਤੀ ਆ ਜੀ, ਸਕਿਨਰ ਨੇ, ਠੀਕ ਹੈ। ਦੈਨ ਬੇਟਾ ਜੀ ਜਿਹੜੀ ਨੈਕਸਟ ਹੈਗੀ ਆ ਡਿਸਕਵਰੀ ਲਰਨਿੰਗ। ਡਿਸਕਵਰੀ ਲਰਨਿੰਗ ਜਿਹੜੀ ਹੈਗੀ ਹੈ ਬੇਟਾ ਜੀ ਸਾਡੇ ਕੋਲ ਬਰੂਨਰ ਦੇ ਨਾਲ ਰਿਲੇਟ ਕਰਦੀ ਹੈ। ਮੈਂ ਤੁਹਾਨੂੰ ਬਰੂਨਰ ਪ੍ਰੋਗਰੈਸਿਵ ਐਜੂਕੇਸ਼ਨ ਨਹੀਂ, ਕੰਸਟਰਕਟਿਵਿਜ਼ਮ ਦੇ ਵਿੱਚ ਕਰਵਾਇਆ ਸੀ, ਨਾ। ਬਰੂਨਰ ਦੀ ਤੁਸੀਂ ਇੱਕ ਥਿਊਰੀ ਕੀਤੀ ਸੀਗੀ, ਕੋਗਨੀਟਿਵ ਡਿਵੈਲਪਮੈਂਟ ਦੀ ਥਿਊਰੀ, ਠੀਕ ਹੈ। ਤਾਂ ਉਹ 'ਚ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਡਿਸਕਵਰੀ ਲਰਨਿੰਗ ਹੋ ਗਿਆ, ਇਹਨਾਂ ਚੀਜ਼ਾਂ ਦੇ ਉੱਪਰ ਬਰੂਨਰ ਨੇ ਕਾਫੀ ਜ਼ਿਆਦਾ ਕੰਸੈਂਟਰੇਟ ਕੀਤਾ। ਤਾਂ ਇਹਨੇ ਜਿਹੜਾ ਇਨਕੁਆਇਰੀ ਬੇਸਡ ਜਾਂ ਆਪਾਂ ਕਹਿ ਸਕਦੇ ਹਾਂ ਡਿਸਕਵਰੀ ਬੇਸਡ ਲਰਨਿੰਗ ਦੇ ਉੱਪਰ ਜ਼ੋਰ ਦਿੱਤਾ ਸੀਗਾ, ਕਿਹਨੇ, ਬਰੂਨਰ ਨੇ, ਠੀਕ ਹੈ। ਜਿਹੜੀ ਮੋਟੀਵੇਸ਼ਨਲ ਲਰਨਿੰਗ ਆ, ਜਦੋਂ ਮੈਂ ਮੋਟੀਵੇਸ਼ਨ ਦਾ ਨਾਮ ਲੈਣੀ ਹੈ ਤੁਹਾਡੇ ਦਿਮਾਗ ਦੇ ਵਿੱਚ ਇੱਕ ਪਰਸਨ ਆ ਜਾਣਾ ਚਾਹੀਦਾ ਹੈਗਾ, ਮੈਸਲੋ, ਹਨਾ, ਜਿਹਦੀ ਹਿਰਾਰਚੀਕਲ ਥਿਊਰੀ ਤੁਸੀਂ ਮੇਰੇ ਨਾਲ ਕੀਤੀ ਸੀਗੀ, ਠੀਕ ਹੈ। ਜਿਹਦੇ ਚ ਅਸੀਂ ਨੀਡਸ ਜਿਹੜੀਆਂ ਸੀਗੀਆਂ ਸਾਹਮਣੇ ਰੱਖੀਆਂ ਸੀ, ਮੈਂ 7 ਤਰ੍ਹਾਂ ਦੀਆਂ ਨੀਡ ਤੁਹਾਨੂੰ ਕਰਵਾਈਆਂ ਸੀ। ਅਗਰ ਤੁਸੀਂ ਇਹ ਨਹੀਂ ਕੀਤੀਆਂ ਹੋਈਆਂ ਸਾਰੀਆਂ ਚੀਜ਼ਾਂ ਤਾਂ ਬੇਟਾ ਕਰੋ, ਠੀਕ ਹੈ। ਮੈਂ ਤੁਹਾਨੂੰ ਇਕੱਲੀ ਚੀਜ਼ ਕਲੀਅਰ ਕਰਵਾ ਚੁੱਕੀ ਹਾਂ। ਜਿਹੜੇ ਤੁਹਾਨੂੰ ਸਪੈਸ਼ਲ ਸੈਸ਼ਨ ਜਾਂ ਸਪੈਸ਼ਲ ਜਿਹੜੀਆਂ ਤੁਹਾਡੀਆਂ ਸਬਜੈਕਟ ਬੇਸਿਸ, ਟੌਪਿਕ ਬੇਸਡ ਕਲਾਸਿਸ ਸੀ, ਠੀਕ ਹੈ। ਤਾਂ ਮੈਸਲੋ ਦੀ ਹਿਰਾਰਕੀਕਲ ਥਿਊਰੀ ਸੀਗੀ, ਹਿਰਾਰਕੀਕਲ ਨੀਡਸ ਥਿਊਰੀ ਸੀ, ਠੀਕ ਹੈ। ਅਬਰਮ ਮੈਸਲੋ ਦੇ ਵੱਲੋਂ ਦਿੱਤੀ ਗਈ ਸੀ, ਜਿਹਦੇ ਅਕੋਰਡਿੰਗ ਅਗਰ ਤੁਹਾਡੀ ਇੱਕ ਨੀਡ ਪੂਰੀ ਹੋ ਜਾਂਦੀ ਹੈ ਤਾਂ ਉਹ ਨੀਡ ਹੀ ਤੁਹਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦੀ ਹੈ। ਲਾਈਕ ਤੁਹਾਡਾ ਪੀਐਸ ਟੈਟ ਕਲੀਅਰ ਹੋ ਗਿਆ, ਪੀਐਸ ਟੈਟ ਕਲੀਅਰ ਕਰਦਿਆਂ ਹੀ ਤੁਹਾਡੇ 'ਚ ਮੋਟੀਵੇਸ਼ਨ ਆ ਜਾਣੀ ਹੈ ਕਿ ਮਾਸਟਰ ਕੇਡਰ ਵੀ ਕਰਾਂ, ਹਨਾ। ਤਾਂ ਜਦ ਤੁਹਾਡੀ ਇੱਕ ਨੀਡ ਦਾ ਪੂਰਾ ਹੋਣਾ ਦੂਜੇ ਦੇ ਲਈ ਕੀ ਕਰਦਾ ਹੈਗਾ ਜੀ, ਮੋਟੀਵੇਸ਼ਨ ਦਾ ਕੰਮ ਕਰਦਾ। ਤੇ ਇਹਦੇ 'ਚ ਕੌਣ ਆ ਜਾਂਦਾ ਹੈਗਾ ਜੀ, ਅਬਰਮ ਮੈਸਲੋ, ਠੀਕ ਹੈ। ਤਾਂ ਸਾਰੀਆਂ ਥਿਊਰੀਆਂ ਧਿਆਨ ਦੇ ਵਿੱਚ ਰੱਖਿਓ। ਕਲੀਅਰ ਹੈ ਇੰਨੀ ਸਭ ਨੂੰ ਬੇਟਾ? ਪਿਛਲੀਆਂ ਸਾਰੀਆਂ ਰਿਕਾਰਡਿੰਗ ਨਾ ਪਈਆਂ ਹੋਈਆਂ ਨੇ ਤੁਹਾਡੇ ਜਿਹੜਾ ਕੋਰਸ ਹੈਗਾ ਉਹਦੇ ਵਿੱਚ, ਠੀਕ ਹੈ। ਹੋਪ YouTube ਦੇ ਉੱਪਰ ਫ੍ਰੀ ਆਫ ਕਾਸਟ ਵੀ ਸਰ ਸ਼ਾਇਦ ਅਪਲੋਡ ਕਰਵਾ ਰਹੇ ਹੋਣੇ, ਕਿਉਂਕਿ ਤੁਹਾਡਾ ਪੇਪਰ ਡਿਸਕਸ਼ਨ ਆ। 8th question ਹੈਗਾ ਜੀ ਆਪਣੇ ਕੋਲ, the frequency of response increase because it's followed by removal of aversive stimulus represents as per applied conditioning theory, ਠੀਕ ਹੈ। applied conditioning theory ਕਿਹਨੇ ਦਿੱਤੀ ਸੀ ਜੀ, ਸਕਿਨਰ ਨੇ, ਠੀਕ ਹੈ। ਇਹਦੇ ਬੇਸਡ ਸੀਗੀ ਆਰ ਬੇਸਡ ਥਿਊਰੀ ਨੂੰ ਆਖਦੇ ਆ, ਜਾਂ ਆਰ ਟਾਈਪ ਅਸੀਂ ਥਿਊਰੀ ਆਖਦੇ ਆ। ਕਿਉਂ? ਕਿਉਂਕਿ ਦੇਖੋ ਜਿਹੜਾ ਪੈਵਲਵ ਸੀਗਾ ਉਹਦੇ ਅਕੋਰਡਿੰਗ ਕੀ ਆ, ਸਟਿਮੂਲਸ ਇੰਪੋਰਟੈਂਟ ਆ, ਠੀਕ ਹੈ। ਸਟਿਮੂਲਸ ਹੋਊਗਾ ਜਾਨੀ ਕਿ ਕੋਈ ਨਾ ਕੋਈ ਆਰਟੀਫਿਸ਼ਲ ਜਾਂ ਨਿਊਟਰਲ ਜਾਂ ਫਿਰ ਕੋਈ ਵੀ ਜਿਹੜਾ ਕੰਡੀਸ਼ਨਰ ਸਟਿਮੂਲਸ ਹੋਊਗਾ, ਜਿਵੇਂ ਬੈਲ ਸੀਗੀ, ਫੂਡ ਸੀਗੀ, ਉਹਦੇ ਉੱਪਰ ਹੀ ਰਿਸਪੌਂਸ ਆਊਗਾ, ਠੀਕ ਹੈ। ਬਟ ਜਿਹੜਾ ਸਾਡੇ ਕੋਲ ਬੇਟਾ ਜੀ ਅਪਰੇਡ ਕੰਡੀਸ਼ਨਿੰਗ ਹੈਗੀ ਆ, ਜਾਨੀ ਕਿ ਸਕਿਨਰ ਹੈਗਾ, ਉਹਦੇ ਅਕੋਰਡਿੰਗ ਤੁਸੀਂ ਬਿਹੇਵੀਅਰ ਕਿਹਦੇ ਰਾਹੀਂ ਕ੍ਰੀਏਟ ਕਰਦੇ ਹੋ, ਰਿਸਪੌਂਸ ਦੇ ਉੱਪਰ, ਠੀਕ ਹੈ। ਜਿਵੇਂ ਮੈਂ ਉੱਪਰ ਦੱਸਿਆ ਕੌਨਸੀਕੁਐਂਸ ਦੇ ਉੱਪਰ ਜਾਂ ਰਿਸਪੌਂਸ ਦੇ ਉੱਪਰ ਤੁਸੀਂ ਰੀਇਨਫੋਰਸਮੈਂਟ ਕਰਦੇ ਹੋ, ਹਨਾ। ਰੀਇਨਫੋਰਸਮੈਂਟ ਕੀ ਸੀਗੀ ਬੇਟਾ ਜੀ, ਰੀਇਨਫੋਰਸਮੈਂਟ ਕੀ ਸੀਗੀ, ਜਿਹੜੀ ਤੁਸੀਂ ਲਾਈਕਲੀਹੁੱਡ ਇਨਕਰੀਜ਼ ਕਰਦੇ ਹੋ, ਹਨਾ। ਕੀ ਕਹਿ ਸਕਦੇ ਹੋ ਰੀਇਨਫੋਰਸਮੈਂਟ ਨੂੰ, ਕਿ ਕੋਈ ਵੀ ਚੀਜ਼, ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਜਿਹੜੀ ਤੁਹਾਡੇ ਰਿਸਪੌਂਸ ਨੂੰ ਪੱਕਾ ਕਰਦੀ ਆ, ਹਨਾ, ਪੱਕਾ ਕਰਦੀ ਹੈ। ਜਿਵੇਂ ਤੁਸੀਂ ਕੁਝ ਚੰਗਾ ਕੀਤਾ ਤਾਂ ਮੈਂ ਕਹੂੰਗੀ ਵੈਰੀ ਗੁੱਡ ਬੇਟਾ, ਅਗਰ ਤੁਸੀਂ ਕੁਝ ਗਲਤ ਕੀਤਾ ਤਾਂ ਮੈਂ ਕਹੂੰਗੀ ਬਹੁਤ ਬੈਡ ਹੈਬਿਟ ਆ, ਹਨਾ। ਉਹ ਮੈਂ ਤੁਹਾਡੇ ਰਿਸਪੌਂਸ ਦੇ ਉੱਪਰ ਤੁਹਾਨੂੰ ਇੱਕ ਚੀਜ਼ ਦੱਸ ਰਹੀ ਹਾਂ, ਹਨਾ। ਤੁਹਾਡੇ ਰਿਸਪੌਂਸ ਦੇ ਉੱਪਰ ਮੈਂ ਪ੍ਰਤੀਕਿਰਿਆ ਦੇ ਰਹੀ ਹਾਂ। ਇਹ ਕੀ ਹੈਗੀ ਆ, ਰੀਇਨਫੋਰਸਮੈਂਟ। ਤੇ ਰੀਇਨਫੋਰਸਮੈਂਟ ਜਿਹੜੀ ਹੈਗੀ ਆ ਬੇਟਾ ਜੀ ਤੁਹਾਡੇ ਬਿਹੇਵੀਅਰ ਨੂੰ ਕੱਚਾ ਕਰਨ ਦੇ ਵਿੱਚ, ਜਾਨੀ ਕਿ ਬਿਹੇਵੀਅਰ ਨੂੰ ਬਣਾਉਣ ਦੇ ਵਿੱਚ, ਜਾਂ ਜਿਹੜੀ ਚੀਜ਼ ਤੁਹਾਡੇ ਵਿੱਚ ਖਤਮ ਕਰਨੀ ਹੈ ਉਹਨੂੰ ਖਤਮ ਕਰਕੇ ਤੁਹਾਡੇ ਬਿਹੇਵੀਅਰ ਨੂੰ ਬਣਾਉਣ ਦੇ ਵਿੱਚ
ਜਿਹੜੀ ਹੈਗੀ ਆ ਹੈਲਪ ਕਰਦੀ ਆ ਰੀਇਨਫੋਰਸਮੈਂਟ। ਠੀਕ ਹੈ, ਤਾਂ ਅਪਰੇਡ ਕੰਡੀਸ਼ਨਿੰਗ ਦੇ ਅਕੋਰਡਿੰਗ ਜਿਹੜੀ ਰੀਇਨਫੋਰਸਮੈਂਟ ਆ ਉਹਦੇ ਅਕੋਰਡਿੰਗ ਹੀ ਤੁਸੀਂ ਲਰਨਿੰਗ ਕਰਦੇ ਹੋ, ਕਿਸੇ ਬਿਹੇਵੀਅਰ ਨੂੰ ਬਣਾ ਸਕਦੇ ਹੋ। ਮੈਂ ਤੁਹਾਨੂੰ ਜਦੋਂ ਰੀਇਨਫੋਰਸਮੈਂਟ ਥਿਊਰੀ ਕਰਵਾਈ ਸੀ ਉਹਦੇ ਚ ਰੀਇਨਫੋਰਸਮੈਂਟ ਪੋਜ਼ਿਟਿਵ ਹੁੰਦੀ ਆ ਨੈਗੇਟਿਵ ਹੁੰਦੀ ਆ ਚੀਜ਼ ਕਲੀਅਰ ਕਰਵਾਈ ਸੀ ਨਾ। ਪਹਿਲਾਂ ਤਾਂ ਥੋੜਾ ਜਿਹਾ ਰੀਇਨਫੋਰਸਮੈਂਟ ਦੇ ਬਾਰੇ ਚ ਲਿਖ ਲਓ ਕਿ स्किनर के द्वारा ही कॉइन किया गया सीगा टर्म। ठीक है, स्किनर के द्वारा कॉइन की गई थी ते काफी इंपॉर्टेंट चीज है जिहड़ी कि तुसीं रिस्पॉन्स तो तुरंत बाद दिंदे हो। ठीक है, तो रीइंफोर्समेंट की है जो रिस्पॉन्स तो तुरंत बाद दिंदे हो। एक सिंपल एग्जांपल दे दिंदी है, किसी भी बच्चे ने कमरा साफ किया ना, तो कमरा साफ करदियां ही ओहदी मम्मी ने ओहनूं कैंडी देती। ठीक है, तो जिहड़ी कैंडी ओहनूं कमरा साफ करन दे उपर दित्ती है रीइंफोर्समेंट आ। ठीक है, ताकि अगे भी कमरे नूं साफ करे, चंगी हैबिट आ। ठीक है, ਜਿਹੜੀ ਰੀਇਨਫੋਰਸਮੈਂਟ ਆ ਬੇਟਾ ਜੀ ਪੋਜ਼ਿਟਿਵ ਵੀ ਹੋਊਗੀ ਨੈਗੇਟਿਵ ਵੀ ਹੋਊਗੀ। ਠੀਕ ਹੈ, ਇਸ ਕੁਐਸਚਨ ਦੇ ਅਕੋਰਡਿੰਗ ਜੇ ਅਸੀਂ ਦੇਖੀਏ ਤਾਂ ਫ੍ਰੀਕੁਐਂਸੀ ਆਫ ਰਿਸਪੌਂਸ ਇਨਕਰੀਜ਼ ਬਿਕॉज ਇਟਸ ਫॉलोड ਬਾय ਰਿਮੂਵਲ। ਠੀਕ ਹੈ, ਰਿਮੂਵਲ ਖਤਮ ਕੀਤਾ ਇੱਕ ਅਵਰਸਿਵ ਸਟਿਮੂਲਸ। ਠੀਕ ਹੈ, ਅਵਰਸਿਵ ਸਟਿਮੂਲਸ ਜਿਹੜਾ ਕਿ ਆਪਾਂ ਇਹ ਕਹਿ ਸਕਦੇ ਹਾਂ ਕਿ ਇੱਕ ਅਨਪਲੇਜ਼ੈਂਟ ਸਟਿਮੂਲਸ ਸੀਗਾ। ਠੀਕ ਹੈ, ਖੁਸ਼ੀ ਵਾਲਾ ਸਟਿਮੂਲਸ ਨਹੀਂ ਸੀ, ਉਸ ਨੂੰ ਅਸੀਂ ਖਤਮ ਕਰਕੇ ਇੱਕ ਬਿਹੇਵੀਅਰ ਕ੍ਰੀਏਟ ਕਰ ਰਹੇ ਹਾਂ, ਤਾਂ ਉਹਨੂੰ ਅਸੀਂ ਕੀ ਆਖਦੇ ਹੈਗੇ ਆ ਜੀ ਨੈਗੇਟਿਵ रीइंफोर्समेंट। हुण ध्यान नाल सुनियो सारी चीज, पॉजिटिव की आ नैगेटिव की आ। ठीक है, रीइंफोर्समेंट भी ते पनिशमेंट भी दोने चीज़ां। तो देखो बेटा जी जिहड़ी पॉजिटिव रीइंफोर्समेंट हुंदी आ ओहदे च की हुंदा ऐड करना। ठीक है, ऐड करना की जी प्लेजेंट बिहेवियर और प्लेजेंट स्टिमुलस। ठीक है, प्लेजेंट स्टिमुलस कोई भी जिहड़ी प्लेजेंट चीज जिहड़ी हैगी तुहानूं प्रोवाइड करनी, कोई भी इस तरह की चीज तुहानूं ऑफर करनी। ठीक है, कोई भी इस तरह की चीज तुहानूं देनी जिहदे नाल तुहाडा बिहेवियर स्थापित हो सके। जिवें मैं उपर तुहानूं एग्जांपल दित्ती सीगी कि किसी बच्चे ने रूम क्लीन रूम कीता तां ओहदी मदर ने ऐड करती एक चीज, है ना, एक चीज की सी जी कैंडी देती। ठीक है, कैंडी देण दे नाल ओहदा बिहेवियर पक्का हो गया ते साडे कोल की आ पॉजिटिव रीइंफोर्समेंट। ठीक है, ऐड करना ਜਦੋਂ ਲਿਖਿਆ ਹੋਵੇ ਨਾ ਐਡ ਕੀਤਾ ਪਲੇਜ਼ੈਂਟ ਸਟਿਮੂਲਸ। ਠੀਕ ਹੈ, ਜਾਂ ਐਡ ਕੀਤੀ ਕੋਈ ਵੀ ਚੀਜ਼ ਤੁਹਾਡੇ ਬਿਹੇਵੀਅਰ ਨੂੰ ਬਣਾਉਣ ਦੇ ਲਈ, ਤਾਂ ਉਹ ਕੀ ਹੋਊਗੀ ਸਾਡੇ ਕੋਲ ਪੋਜ਼ਿਟਿਵ ਰੀਇਨਫੋਰਸਮੈਂਟ। ਠੀਕ ਹੈ, ਇੱਥੇ ਬੇਟਾ ਜੀ ਸੈਕੰਡ ਚੀਜ਼ ਸਾਡੇ ਕੋਲ ਆ ਗਈ ਨੈਗੇਟਿਵ ਰੀਇਨਫੋਰਸਮੈਂਟ। ਠੀਕ ਹੈ, ਤਾਂ ਨੈਗੇਟਿਵ ਕੀ ਹੋਊਗਾ ਬੇਟਾ ਜੀ ਕੋਈ ਵੀ ਚੀਜ਼ ਟੇਕ ਅਵੇ ਕਰਨੀ, ਕੋਈ ਵੀ ਚੀਜ਼ ਦੂਰ ਕਰਨੀ, ਹੈ ਨਾ, ਜਾਂ ਮੈਂ ਸਿੰਪਲ ਇਸ ਕੁਐਸਚਨ ਦੇ ਅਕੋਰਡਿੰਗ ਜੇ ਤੁਹਾਨੂੰ ਲਿਖਾਂ ਤਾਂ ਆਪਾਂ ਕਹਿ ਸਕਦੇ ਹਾਂ ਰਿਮੂਵ ਕਰਨਾ। ठीक है, रिमूव करना की जी अवर्सिव स्टिमुलस, ਜਾਂ ਇਹ ਕਹਿ ਸਕਦੇ ਆ अनप्लेजेंट स्टिमुलस। ठीक है, अनप्लेजेंट स्टिमुलस। एक चीज ध्यान दे विच रखियो। ठीक है, चलो ये मैं बाद च दसदी हां किहड़ी चीज ध्यान च रखनी है, पहला आ चीज समझ लो। तो टेक अवे करना, रिमूव करना, अनप्लेजेंट स्टिमुलस कोई भी जिहड़ा ਆਪਾਂ ਕਹੀਏ ਨਾ ਪਸੰਦ ਸਟਿਮੂਲਸ ਹੋਵੇ ਉਹਨੂੰ ਖਤਮ ਕਰ ਦੋ, ਹਨਾ, ਤਾਂ ਫਿਰ ਵੀ ਤੁਹਾਡਾ ਇੱਕ ਬਿਹੇਵੀਅਰ ਬਣੂਗਾ। ਜਿਵੇਂ ਮੈਂ ਐਗਜ਼ਾਮਪਲ ਦੇਵਾਂ ਕਿ ਕੋਈ ਵੀ ਟੀਚਰ ਹੈਗਾ ਨਾ ਉਹ ਕਿਸੇ ਬੱਚੇ ਨੂੰ ਇਹ ਕਵੇ ਕਿ ਬੇਟਾ ਜੇ ਤੂੰ ਅੱਜ ਦਾ ਜਿਹੜਾ ਟੈਸਟ ਹੈਗਾ, ਠੀਕ ਹੈ, ਅੱਜ ਦੇ ਟੈਸਟ ਦੇ ਵਿੱਚ ਮੈਨੂੰ ਪਰਫਾਰਮੈਂਸ ਬਹੁਤ ਵਧੀਆ ਦਿੱਤੀ, ਠੀਕ ਹੈ, ਗੁੱਡ ਪਰਫਾਰਮੈਂਸ ਦਿੱਤੀ, ਤਾਂ ਫਿਰ ਤੇਰੀ ਐਕਸਟਰਾ ਕਲਾਸ, ਠੀਕ ਹੈ, ਜਿਹੜੀ ਐਕਸਟਰਾ ਕਲਾਸ ਆ ਉਹ ਨਹੀਂ ਹੋਊਗੀ। ਠੀਕ ਹੈ, ਦੇਖੋ ਇੱਥੇ ਮੈਂ ਖਤਮ ਕੀਤੀ ਆ ਕਿ ਐਕਸਟਰਾ ਕਲਾਸ, ਤੇ ਐਕਸਟਰਾ ਕਲਾਸ ਆ ਜਿਹੜਾ ਅਨਪਲੇਜ਼ੈਂਟ ਸਟਿਮੂਲਸ ਆ। ਠੀਕ ਹੈ, ਬੱਚਿਆਂ ਨੂੰ ਪਸੰਦ ਨਹੀਂ ਹੁੰਦਾ ਐਕਸਟਰਾ ਕਲਾਸ ਲਾਉਣੀਆਂ, ਮੈਂ ਉਹਨੂੰ ਖਤਮ ਕਰਤਾ। ਠੀਕ ਹੈ, ਉਹਨੂੰ ਖਤਮ ਕਰਕੇ ਇੱਕ ਬਿਹੇਵੀਅਰ ਕ੍ਰੀਏਟ ਕਰਤਾ। ਹੁਣ ਬੱਚਾ ਉਸ ਐਕਸਟਰਾ ਕਲਾਸ ਤੋਂ ਬਚਣ ਮਾਰਾ ਵੀ ਮੈਨੂੰ ਇੱਕ ਚੰਗੀ ਰਿਸਪੌਂਸ ਆ, ਜਿਹੜਾ ਇੱਕ ਚੰਗੀ ਪਰਫਾਰਮੈਂਸ ਦਊਗਾ। ਠੀਕ ਹੈ, ਦੇਖੋ ਹੁਣ ਜਿਹੜੀ ਚੀਜ਼ ਸਮਝਣੀ ਆ, ਜਿਹੜੀ ਰੀਇਨਫੋਰਸਮੈਂਟ ਆ ਤੇ ਜਿਹੜੀ ਪਨਿਸ਼ਮੈਂਟ ਆ ਉਹਦੇ ਚ ਫਰਕ ਹੀ ਇਹ ਆ। ਜਿਹੜੀ ਰੀਇਨਫੋਰਸਮੈਂਟ ਆ ਨਾ ਬੇਟਾ, ਇਹਦਾ ਮਕਸਦ ਹੋਊਗਾ ਬਿਹੇਵੀਅਰ ਨੂੰ ਬਣਾਉਣਾ। ਠੀਕ ਹੈ, ਬਿਹੇਵੀਅਰ ਨੂੰ ਇਨਕਰੀਜ਼ ਕਰਨਾ। ਠੀਕ ਹੈ, ਇਨਕਰੀਜ਼ ਕਰਨਾ, ਭਲਾ ਤਾਂ ਉਹ ਬਿਹੇਵੀਅਰ ਦੇ ਵਿੱਚ ਕੋਈ ਨਾ ਕੋਈ ਚੀਜ਼ ਐਡ ਕਰਕੇ ਕਰਨਾ, ਜਾਂ ਫਿਰ ਬਿਹੇਵੀਅਰ ਦੇ ਵਿੱਚੋਂ ਕੋਈ ਨਾ ਕੋਈ ਜਿਹੜਾ ਹੈਗਾ ਉਹ ਚੀਜ਼ ਨੂੰ ਖਤਮ ਕਰਕੇ, ਕਿਸੇ ਵੀ ਸਟਿਮੂਲਸ ਨੂੰ ਖਤਮ ਕਰਕੇ। ਠੀਕ ਹੈ, ਯਾਨੀ ਕਿ ਨੈਗੇਟਿਵ ਰੀਇਨਫੋਰਸਮੈਂਟ ਜਾਂ ਫਿਰ ਐਡ ਕਰਕੇ ਪੋਜ਼ਿਟਿਵ ਰੀਇਨਫੋਰਸਮੈਂਟ ਦੇ ਰਾਹੀਂ ਬਿਹੇਵੀਅਰ ਬਣਾਉਣਾ। ਤਾਂ ਰੀਇਨਫੋਰਸਮੈਂਟ ਦਾ ਮਤਲਬ ਹੁੰਦਾ ਇਨਕਰੀਜ਼ ਕਰਨਾ, ਪਰਪਸ ਕੀ ਹੈ ਇਨਕਰੀਜ਼ ਕਰਨਾ। ਠੀਕ ਹੈ, ਹੁਣ ਜਿਹੜੀ ਹੈਗੀ ਹੈ ਸਾਡੇ ਕੋਲ ਪਨਿਸ਼ਮੈਂਟ, ਇਹਦਾ ਮਤਲਬ ਹੁੰਦਾ ਖਤਮ ਕਰਨਾ। ਠੀਕ ਹੈ, ਯਾਨੀ ਕਿ ਡਿਕਰੀਜ਼ ਕਰਨਾ ਬਿਹੇਵੀਅਰ ਨੂੰ, ਖਤਮ ਕਰਨਾ ਉਹ ਬਿਹੇਵੀਅਰ ਨੂੰ, ਕਿਸੇ ਆਦਤ ਨੂੰ ਛਡਾਉਣਾ। ਠੀਕ ਹੈ, ਤਾਂ ਉੱਥੇ ਤੁਸੀਂ ਪਨਿਸ਼ਮੈਂਟ ਦਿੰਦੇ ਹੋ। ਇਹ ਵੀ ਸਿਮਿਲਰ ਚੀਜ਼ ਆ। ਪਨਿਸ਼ਮੈਂਟ ਵੈਸੇ ਅਸੀਂ ਦੇਣੀ ਨਹੀਂ ਹੁੰਦੀ। ਠੀਕ ਹੈ, ਵੈਸੇ ਅਸੀਂ ਪਨਿਸ਼ਮੈਂਟ ਦੇਣੀ ਨਹੀਂ ਹੁੰਦੀ ਐਜੂਕੇਸ਼ਨ ਦੇ ਵਿੱਚ, ਧਿਆਨ ਦੇ ਵਿੱਚ ਰੱਖਿਓ, ਚਾਈਲਡ ਸੈਂਟਰ ਐਜੂਕੇਸ਼ਨ ਆ। ਤਾਂ ਪੋਜ਼ਿਟਿਵ ਜਿਹੜੀ ਪਨਿਸ਼ਮੈਂਟ ਹੋਊਗੀ ਉਹ ਕੀ ਹੋਊਗੀ ਬੇਟਾ ਜੀ, ਜਿਹਦੇ ਚ ਤੁਸੀਂ ਕੋਈ ਵੀ ਅਨਪਲੇਜ਼ੈਂਟ ਸਟਿਮੂਲਸ, ਠੀਕ ਹੈ, ਅਨਪਲੇਜ਼ੈਂਟ ਸਟਿਮੂਲਸ ਕੀ ਕਰਦੇ ਹੋ ਜੀ ਐਡ। ਠੀਕ ਹੈ, ਐਡ ਕਰਦੇ ਹੋ ਅਨਪਲੇਜ਼ੈਂਟ ਸਟਿਮੂਲਸ, ਜਿਹੜਾ ਤੁਹਾਨੂੰ ਪਸੰਦ ਨਹੀਂ ਆ ਉਹ ਸਟਿਮੂਲਸ ਐਡ ਕਰ ਦਿਓ। ਜਿਵੇਂ ਮੈਂ ਉੱਪਰ ਹੀ ਤੁਹਾਨੂੰ ਇੱਕ ਐਗਜ਼ਾਮਪਲ ਦਿੱਤੀ ਸੀਗੀ ਐਕਸਟਰਾ ਕਲਾਸ ਵਾਲੀ, ਉਸ ਹਿਸਾਬ ਨਾਲ ਵੀ ਜੇ ਆਪਾਂ ਦੇਖੀਏ ਕੋਈ ਵੀ ਬੱਚਾ, ਹੈ ਨਾ,
ਉਹ ਕਲਾਸ ਦੇ ਵਿੱਚ ਬੜਾ ਹੀ ਰੌਲਾ ਪਾ ਰਿਹਾ, ਕਲਾਸ ਵਿੱਚ ਡਿਸਟਰਬੈਂਸ ਕ੍ਰੀਏਟ ਕਰ ਰਿਹਾ, ਤੇ ਮੈਂ ਉਹਨੂੰ ਆਖਦੀ ਆ ਬੇਟਾ ਜੇ ਤੂੰ ਇਸੇ ਤਰੀਕੇ ਨਾਲ ਬੋਲਦਾ ਰਿਹਾ ਤਾਂ ਮੈਂ ਤੈਨੂੰ ਕਲਾਸ ਤੋਂ ਬਾਅਦ ਕਮਰੇ ਦੇ ਵਿੱਚ ਬੰਦ ਕਰ ਦੂੰਗੀ, ਠੀਕ ਹੈ, ਜਾਂ ਤੁਹਾਨੂੰ ਕਮਰੇ ਦੇ ਵਿੱਚ ਮੈਂ ਜਿਹੜਾ ਹੈਗਾ ਤੁਹਾਨੂੰ ਐਕਸਟਰਾ ਟਾਈਮ ਕਲਾਸ ਦਾ ਲਾਉਣਾ ਪਊਗਾ। ਤਾਂ ਇਹ ਕੀ ਹੈਗੀ ਉਹਦੇ ਲਈ ਪੋਜ਼ਿਟਿਵ ਪਨਿਸ਼ਮੈਂਟ, ਠੀਕ ਹੈ। ਇਹ ਪੋਜ਼ਿਟਿਵ ਕਿਉਂ ਆ, ਕਿਉਂਕਿ ਇਹਦੇ ਰਾਹੀਂ ਅਸੀਂ ਉਹਦੇ ਬਿਹੇਵੀਅਰ ਨੂੰ ਕੁਝ ਐਡ ਕਰਕੇ ਜਿਹੜਾ ਹੈਗਾ ਐਡ ਕਰਕੇ ਉਹਦੀ ਜੋ ਡਿਸਟਰਬੈਂਸ ਹੈਗੀ ਆ, ਡਿਸਟਰਬੈਂਸ ਕ੍ਰੀਏਟ ਕਰਨ ਦੀ ਜਿਹੜੀ ਉਹ ਇੱਕ ਉਹਦਾ ਬਿਹੇਵੀਅਰ ਉਹਨੂੰ ਖਤਮ ਕਰਨਾ ਚਾਹੁੰਦੇ ਆ, ਠੀਕ ਹੈ। ਤਾਂ ਤੁਸੀਂ ਅਨਪਲੇਜ਼ੈਂਟ ਸਟਿਮੂਲਸ ਇੱਥੇ ਐਡ ਕਰੋਗੇ। ਜਿਹੜੀ ਨੈਗੇਟਿਵ ਪਨਿਸ਼ਮੈਂਟ ਹੈਗੀ ਆ ਬੇਟਾ ਜੀ, ਇਹਦੇ ਚ ਕੀ ਕਰ ਦੋਗੇ, ਕੋਈ ਵੀ ਜਿਹੜੀ ਪਲੇਜ਼ੈਂਟ ਚੀਜ਼ ਹੈਗੀ ਆ, ਕੋਈ ਵੀ ਜਿਹੜੀ ਬੱਚੇ ਨੂੰ ਖੁਸ਼ੀ ਦੇਣ ਵਾਲੀ ਚੀਜ਼ ਹੈਗੀ ਆ, ਉਹਨੂੰ ਕੀ ਕਰ ਦੋਗੇ, ਰਿਮੂਵ ਕਰ ਦੋਗੇ, ਠੀਕ ਹੈ, ਰਿਮੂਵ ਕਰ ਦੋਗੇ। ਬਟ ਇਹ ਦੋਨੋਂ ਜਿਹੜੀਆਂ ਹੈਗੀਆਂ ਨੇਚਰ ਦੇ ਵਿੱਚ ਨੈਗੇਟਿਵ ਹੋਣਗੀਆਂ, ਜਾਨੀ ਇਹਨਾਂ ਦਾ ਪਰਪਸ ਹੋਊਗਾ ਕਿਸੇ ਵੀ ਬਿਹੇਵੀਅਰ ਨੂੰ ਖਤਮ ਕਰਨਾ, ਠੀਕ ਹੈ। ਤਾਂ ਨੈਗੇਟਿਵ ਜਿਹੜੀ ਹੈਗੀ ਉਹਦੇ ਚ ਕੀ ਆ, ਤੁਸੀਂ ਜਿਹੜੀ ਉਹਦੀ ਮਨਪਸੰਦੀ ਦੀ ਚੀਜ਼ ਆ ਉਹ ਖੋਲੋਗੇ, ਠੀਕ ਹੈ। ਜਿਵੇਂ ਕਿਸੇ ਬੱਚੇ ਨੇ ਪਾਸ ਹੋਇਆ ਸੀਗਾ ਤੇ ਉਹਨੂੰ ਉਹਦੇ ਪੇਰੈਂਟਸ ਨੇ ਪਾਸ ਹੋਣ ਤੇ ਰੀਇਨਫੋਰਸਮੈਂਟ ਦਿੱਤੀ, ਇੱਕ ਡਾਲ ਲੈ ਕੇ ਦੇਤੀ ਹੈ ਨਾ, ਅਗਲੀ ਵਾਰ ਉਹ ਡਾਲ ਦੇ ਨਾਲ ਹੀ ਕੁੜੀ ਖੇਡਦੀ ਰਹੀ ਤੇ ਮਾਪਿਆਂ ਨੂੰ ਲੱਗਾ ਵੀ ਕੰਮ ਤਾਂ ਵਿਗੜ ਗਿਆ, ਫਿਰ ਉਹਨੂੰ ਸਜ਼ਾ ਦੇਤੀ, ਉਹ ਜਿਹੜੀ ਪਸੰਦੀ ਦੀ ਡਾਲ ਸੀ ਕਿ ਉਹ ਖੋਲੀ ਤਾਂ ਫਿਰ ਉਹ ਨੈਗੇਟਿਵ ਪਨਿਸ਼ਮੈਂਟ ਬਣ ਗਈ, ਠੀਕ ਹੈ, ਕਲੀਅਰ। ਤੇ ਇਹਨੂੰ ਧਿਆਨ ਦੇ ਵਿੱਚ ਰੱਖਿਓ, ਪੋਜ਼ਿਟਿਵ ਰੀਇਨਫੋਰਸਮੈਂਟ ਕੀ ਆ, ਨੈਗੇਟਿਵ ਰੀਇਨਫੋਰਸਮੈਂਟ ਕੀ ਆ, ਪਨਿਸ਼ਮੈਂਟ ਕੀ ਆ, ਨੈਗੇਟਿਵ ਤੇ ਪੋਜ਼ਿਟਿਵ ਪਨਿਸ਼ਮੈਂਟ ਕੀ ਆ, ਠੀਕ ਹੈ। ਦੋਨਾਂ ਦਾ ਪੋਜ਼ਿਟਿਵ ਸਿੰਪਲ ਰੀਇਨਫੋਰਸਮੈਂਟ ਦਾ ਮਤਲਬ ਕੀ ਹੈਗਾ, ਬਿਹੇਵੀਅਰ ਨੂੰ ਬਣਾਉਣਾ, ਠੀਕ ਹੈ, ਤੇ ਪਨਿਸ਼ਮੈਂਟ ਦਾ ਮਤਲਬ ਹੈਗਾ ਬਿਹੇਵੀਅਰ ਨੂੰ ਖਤਮ ਕਰਨਾ, ਠੀਕ ਹੈ। ਜਿਹੜੀ ਪੋਜ਼ਿਟਿਵ ਰੀਇਨਫੋਰਸਮੈਂਟ ਹੈਗੀ ਹੈ ਇਹਦੇ ਚ ਤੁਸੀਂ ਕੋਈ ਚੰਗੀ ਚੀਜ਼ ਨੂੰ ਐਡ ਕਰਦੇ ਹੋ, ਠੀਕ ਹੈ। ਇਹਦੇ ਚ ਜਿਹੜੀ ਅਨਪਲੇਜ਼ੈਂਟ ਹੈਗੀ ਆ ਬਿਹੇਵੀਅਰ ਜਾਂ ਕੋਈ ਵੀ ਚੀਜ਼ ਜਿਹੜੀ ਬੱਚੇ ਨੂੰ ਸਟਿਮੂਲਸ ਹੈਗਾ ਉਹਨੂੰ ਤੁਸੀਂ ਰਿਮੂਵ ਕਰਦੇ ਹੋ, ਠੀਕ ਹੈ। ਜਿਹੜੀ ਪਨਿਸ਼ਮੈਂਟ ਹੈਗੀ ਆ ਉਹਦੇ ਪੋਜ਼ਿਟਿਵ ਪਨਿਸ਼ਮੈਂਟ ਦੇ ਵਿੱਚ ਕੀ ਕਰਦੇ ਹੋ ਬੇਟਾ ਜੀ, ਤੁਸੀਂ ਕੋਈ ਵੀ ਚੀਜ਼ ਜਿਹੜੀ ਹੈਗੀ ਆ ਉਹ ਐਡ ਕਰ ਦਿਓ, ਠੀਕ ਹੈ, ਬਟ ਉਹ ਕੀ ਹੋਊਗੀ, ਅਨਪਲੇਜ਼ੈਂਟ ਹੋਊਗੀ, ਉਹ ਪਸੰਦੀਦੀ ਨਹੀਂ ਹੋਊਗੀ। ਤੇ ਨਕਾਰਾਤਮਕ ਸਜ਼ਾ ਦੇ ਵਿੱਚ ਤੁਸੀਂ ਕੀ ਕਰਦੇ ਹੋ, ਕੋਈ ਵੀ ਜਿਹੜੀ ਪਸੰਦੀ ਦੀ ਚੀਜ਼ ਹੈਗੀ ਉਹਨੂੰ ਰਿਮੂਵ ਕਰ ਦਿੰਦੇ ਹੋ, ਠੀਕ ਹੈ। ਤੈਨੂੰ ਧਿਆਨ ਦੇ ਨਾਲ ਸੁਣ ਲਿਓ, ਸਮਝ ਲਿਓ, ਠੀਕ ਹੈ ਜੀ। ਨੈਕਸਟ ਕੁਐਸਚਨ ਹੈਗਾ ਜੀ ਆਪਣੇ ਕੋਲ 9 in dash the concept of emotional intelligence, ਠੀਕ ਹੈ, was officially coined by, ਅੱਛੀ ਤਰ੍ਹਾਂ ਇਹ ਸਾਰੇ ਕੁਐਸਚਨ ਮੈਂ ਤੁਹਾਨੂੰ ਕਲਾਸ ਦੇ ਵਿੱਚ ਕਰਵਾਏ ਹੋਏ ਆ, ਠੀਕ ਹੈ। ਕੱਲਾ ਕੱਲਾ ਕੁਐਸਚਨ ਇਮੋਸ਼ਨਲ ਇੰਟੈਲੀਜੈਂਸ ਦਾ ਟੌਪਿਕ ਅਸੀਂ ਕਾਫੀ ਡੈਪਥ ਦੇ ਵਿੱਚ ਕਰ ਚੁੱਕੇ ਹਾਂ, ਪਰਸਨ ਬੋਲੇ ਨੇ, ਇਹਨਾਂ ਦੁਆਰਾ ਦਿੱਤੀਆਂ ਕੋਟੇਸ਼ਨਸ ਬੋਲੀਆਂ ਨੇ ਜਿਹੜੀਆਂ ਤੁਹਾਨੂੰ ਫਸਟ ਪੇਪਰ ਦੇ ਵਿੱਚ ਆਈਆਂ, ਅਗਰ ਕਿਸੇ ਨੇ ਫਸਟ ਪੇਪਰ ਦਿੱਤਾ ਹੈ ਨਾ। ਤਾਂ ਦੇਖੋ ਕਨਸੈਪਟ ਆਫ ਇਮੋਸ਼ਨਲ ਇੰਟੈਲੀਜੈਂਸ ਸੀਗਾ ਜਿਹੜਾ ਆਫੀਸ਼ੀਅਲੀ ਕਿਹਨੇ ਕੁਆਇਨ ਕੀਤਾ ਸੀਗਾ ਬੇਟਾ ਜੀ, 1990 ਈਸਵੀ ਦੇ ਵਿੱਚ ਸਾਲੋਵੀ ਤੇ ਮੇਅਰ ਨੇ, ਠੀਕ ਹੈ। ਸਾਲੋਵੀ ਤੇ ਮੇਅਰ ਇਹਨਾਂ ਦੋਨਾਂ ਨੇ ਇਸ ਸ਼ਬਦ ਨੂੰ 1990 ਈਸਵੀ ਦੇ ਵਿੱਚ ਕੁਆਇਨ ਕੀਤਾ ਸੀ। ਮੈਂ ਤੁਹਾਨੂੰ ਇਹ ਚੰਗੀ ਤਰ੍ਹਾਂ ਕਰਵਾਇਆ ਸੀ ਨਾ, ਗੋਲਮੈਨ ਦਾ ਜ਼ਿਕਰ ਵੀ ਤੁਹਾਨੂੰ ਅੱਛੀ ਤਰ੍ਹਾਂ ਉਸ ਕਲਾਸ ਦੇ ਵਿੱਚ ਕੀਤਾ ਸੀਗਾ। ਤਾਂ ਇੱਕ ਰਿਸਰਚ ਪੇਪਰ ਸੀਗਾ, ਉਸ ਰਿਸਰਚ ਪੇਪਰ ਦੇ ਵਿੱਚ ਹੀ ਜਿਹੜਾ ਇਮੋਸ਼ਨਲ ਇੰਟੈਲੀਜੈਂਸ ਨੂੰ ਪਹਿਲੀ ਵਾਰ ਸਲੋਵੀ ਤੇ ਮੇਅਰ ਦੇ ਵੱਲੋਂ ਜਿਹੜਾ ਸੀਗਾ ਉਹ ਇੰਟਰਪ੍ਰੀਟ ਕੀਤਾ ਗਿਆ ਸੀ। ਤੇ ਨਾਲ ਹੀ ਸਲੋਵੀ ਤੇ ਮੇਅਰ ਨੇ ਇਹ ਵੀ ਆਖਿਆ ਸੀ ਬੇਟਾ ਜੀ ਕਿ ਜਿਹੜੀ ਇਮੋਸ਼ਨਲ ਇੰਟੈਲੀਜੈਂਸ ਹੀ ਹੈਗੀ ਆ, ਇਹ ਕਿਹੜੀ ਇੰਟੈਲੀਜੈਂਸ ਦਾ ਪਾਰਟ ਹੈਗੀ ਆ, ਸੋਸ਼ਲ ਇੰਟੈਲੀਜੈਂਸ ਦਾ, ਠੀਕ ਹੈ। ਸੋਸ਼ਲ ਇੰਟੈਲੀਜੈਂਸ ਜਿਹੜੀ ਇੰਟੈਲੀਜੈਂਸ ਤੁਹਾਨੂੰ ਮੈਂ ਕਲਾਸ ਦੇ ਵਿੱਚ ਕਰਵਾਈ ਹੋਈ ਆ ਨਾ, ਥੋਰਨਡਾਈਕ ਦੇ ਅਕੋਰਡਿੰਗ ਇੱਕ ਸੋਸ਼ਲ ਇੰਟੈਲੀਜੈਂਸ ਹੁੰਦੀ ਹੈ, ਐਬਸਟ੍ਰੈਕਟ ਇੰਟੈਲੀਜੈਂਸ ਹੁੰਦੀ ਹੈ, ਕੌਨਕਰੀਟ ਇੰਟੈਲੀਜੈਂਸ ਹੁੰਦੀ ਹੈ ਨਾ। ਤਾਂ ਜਿਹੜੀ ਇਮੋਸ਼ਨਲ ਇੰਟੈਲੀਜੈਂਸ ਆ ਇਹਨਾਂ ਦੋਨਾਂ ਪਰਸਨ ਦੇ ਅਕੋਰਡਿੰਗ ਹੀ ਕਿਹਦਾ ਪਾਰਟ ਹੈਗਾ ਜੀ, ਸੋਸ਼ਲ ਇੰਟੈਲੀਜੈਂਸ ਦਾ। ਕਲੀਅਰ ਜੀ, ਇਹ ਸੀ ਸਾਡੀ ਅੱਜ ਦੀ ਐਮਸੀਕਿਊ ਡਿਸਕਸ਼ਨ। ਅਗਰ ਤੁਹਾਨੂੰ ਕਿਤੇ ਵੀ ਡਾਊਟ ਹੁੰਦੀ ਆ ਤਾਂ ਤੁਸੀਂ ਮੇਰੇ ਤੋਂ ਕਿਸੇ ਵੀ ਵਕਤ ਜਿਹੜਾ ਹੈਗਾ ਆਪਣਾ ਮੈਸੇਜ ਡ੍ਰੌਪ ਕਰਕੇ ਕੋਰਸ ਦੀ ਜੋ ਵੀ ਹੈਗੀ ਆ ਨਾ, ਤੁਹਾਡੇ ਕੋਲ ਕਿਸੇ ਕੁਐਸਚਨ ਰਿਲੇਟਡ ਜਾਂ ਕਿਸੇ ਕੋਰਸ ਰਿਲੇਟਡ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਆ ਤਾਂ ਤੁਸੀਂ ਸ਼ੇਅਰ ਕਰ ਸਕਦੇ ਹੋ। ਤੁਹਾਡਾ ਟਾਈਮ ਪਿਆ ਹੋਇਆ ਥੋੜਾ ਜਿਹਾ ਨਾ, ਮੈਂ ਇੱਕ ਹੋਰ ਕੁਐਸਚਨ ਡਿਸਕਸ ਕਰ ਦਿੰਦੀ ਆ, 10th ਕੁਐਸਚਨ ਵੀ ਹੈ ਨਾ। ਤਾਂ ਦੇਖੋ 10th ਕੁਐਸਚਨ ਬਹੁਤ ਹੀ ਬੇਸਿਕ ਕੁਐਸਚਨ ਹੈ ਨਾ, ਬਹੁਤ ਹੀ ਪ੍ਰੈਕਟੀਕਲ ਕੁਐਸਚਨ ਸੀਗਾ। ਦਾ ਵੇਟੇਜ ਆਫ ਫੋਰਮੈਟਿਵ ਅਸੈਸਮੈਂਟ ਇਨ ਕੰਟੀਨਿਊਸ ਐਂਡ ਕੰਪਰੀਹੈਂਸਿਵ ਵੈਲਿਊਏਸ਼ਨ, ਬਹੁਤ ਹੀ ਲੰਬਾ ਚੌੜਾ ਟੌਪਿਕ CCE ਇਵੈਲੂਏਸ਼ਨ ਹੈ ਨਾ, ਅਸੈਸਮੈਂਟ ਮੈਂ ਤੁਹਾਨੂੰ ਕਰਵਾਇਆ ਹੋਇਆ। ਤਾਂ ਇਹਦੇ ਅਕੋਰਡਿੰਗ ਬੇਟਾ ਜੀ ਸਾਡੇ ਕੋਲ ਇੱਕ ਫੋਰਮੈਟਿਵ ਅਸੈਸਮੈਂਟ ਹੁੰਦੀ ਆ। ਫੋਰਮੈਟਿਵ ਕਿਹੜੀ ਹੁੰਦੀ ਆ, ਜਿਹੜੀ ਡਿਊਰਿੰਗ ਤੁਸੀਂ ਕਰਦੇ ਹੋ ਹੈ ਨਾ, ਡਿਊਰਿੰਗ ਜਦੋਂ ਟੀਚਿੰਗ ਲਰਨਿੰਗ ਪ੍ਰੋਸੈਸ ਚੱਲ ਰਹੀ ਆ ਸਾਡਾ, ਜਿਹੜਾ ਅਸੀਂ ਹੁਣ ਕਰ ਰਹੇ ਆ ਉਹ ਫੋਰਮੈਟਿਵ ਅਸੈਸਮੈਂਟ ਆ। ਜਦੋਂ ਤੁਹਾਡਾ ਫਾਈਨਲ ਟੈਸਟ ਹੋ ਜਾਊਗਾ, ਫਾਈਨਲ ਟੈਸਟ ਤੋਂ ਬਾਅਦ ਤੁਹਾਡਾ ਰਿਜ਼ਲਟ ਆਊਗਾ ਕਿ ਇਹ ਸਮੇਟਿਵ ਇਵੈਲੂਏਸ਼ਨ ਹੋਊਗੀ ਹੈ ਨਾ। ਤਾਂ ਜਿਹੜੀ ਬਿਲਕੁਲ ਸੈਸ਼ਨ ਦੇ ਆਖਰ ਵਿੱਚ ਹੁੰਦੀ ਆ ਉਹ ਕੀ ਹੁੰਦੀ ਆ, ਸਮੇਟਿਵ। ਜਿਹੜੀ ਡਿਊਰਿੰਗ ਹੁੰਦੀ ਆ ਉਹ ਕੀ ਹੁੰਦੀ ਆ, ਫੋਰਮੈਟਿਵ। ਜਿਹੜੀ ਦੋਨਾਂ ਦਾ ਮਤਲਬ ਕੀ ਹੈਗਾ, ਜਿਹੜੀ ਫੋਰਮੈਟਿਵ ਅਸੈਸਮੈਂਟ ਹੈ ਇਹਦਾ ਮਤਲਬ ਹੁੰਦਾ ਇੰਪਰੂਵ ਕਰਨਾ, ਤੁਹਾਡੇ 'ਚ ਸੁਧਾਰ ਕਰਨਾ, ਤੇ ਸਮੇਟਿਵ ਦਾ ਮਤਲਬ ਹੁੰਦਾ ਨਤੀਜਾ ਦੇਣਾ, ਰਿਜ਼ਲਟ ਦੇਣਾ, ਠੀਕ ਹੈ। ਜਿਹੜੀ ਬੇਟਾ ਜੀ ਸਮੇਟਿਵ ਅਸੈਸਮੈਂਟ ਹੁੰਦੀ ਆ CCE ਦੇ ਅਕੋਰਡਿੰਗ, ਜਿਹੜੀ CCE ਇਵੈਲੂਏਸ਼ਨ ਆ ਉਹਦੇ ਜਿਹੜੇ ਇਹਨਾਂ ਦੇ ਮਾਰਜਨ ਹੁੰਦੀ ਆ, ਵੇਟੇਜ ਹੁੰਦੀ ਆ, ਉਹ ਕਿੰਨੀ ਹੁੰਦੀ ਆ ਜੀ। ਜਿਹੜੀ ਸਾਡੇ ਕੋਲ ਫੋਰਮੈਟਿਵ ਅਸੈਸਮੈਂਟ ਆ ਉਹਦੀ 40% ਆ ਤੇ ਸਮੇਟਿਵ ਅਸੈਸਮੈਂਟ ਦੀ 60% ਆ, ਠੀਕ ਹੈ। ਬਹੁਤ ਹੀ ਬੇਸਿਕ ਕੁਐਸਚਨ ਆ, ਮੈਂ ਤੁਹਾਨੂੰ ਕਿਸੇ MCQ ਡਿਸਕਸ਼ਨ ਦੇ ਵਿੱਚ ਇਹ ਕਲੀਅਰ ਵੀ ਕੀਤਾ ਹੋਇਆ ਹੈ ਨਾ।
ਤਾਂ ਸਾਡੇ ਕੋਲ 40% ਜਿਹੜੀ ਹੈਗੀ ਉਹ ਵੇਟੇਜ ਆਊਗੀ ਫੋਰਮੈਟਿਵ ਅਸੈਸਮੈਂਟ ਦੀ। ਠੀਕ ਹੈ ਜੀ। ਤੇ ਜਿਹੜੀ ਇਹ CCE ਇਵੈਲੂਏਸ਼ਨ ਹੈਗੀ ਆ, ਜਾਂ ਆਪਾਂ ਇਹ ਕਹੀਏ ਕਿ ਜਿਹੜੀ CCE ਹੈਗੀ ਇੰਟਰੋਡਿਊਸ ਕਦੋਂ ਕੀਤੀ ਗਈ ਸੀ, ਤੁਹਾਨੂੰ ਤੁਸੀਂ ਸਭ ਨੇ ਰਾਈਟ ਟੂ ਐਜੂਕੇਸ਼ਨ ਕੀਤਾ ਹੋਇਆ 2009 ਦਾ ਐਕਟ ਹੈ ਨਾ, ਜਿਹੜਾ 2010 ਦੇ ਵਿੱਚ ਲਾਗੂ ਹੁੰਦਾ। ਤਾਂ ਉਹਦੇ ਵਿੱਚ ਹੀ ਬੇਟਾ ਜੀ CBSE ਨੇ ਪਹਿਲੀ ਵਾਰ ਕਿਹਾ ਸੀਗਾ ਕਿ ਜਿਹੜੀ ਇਵੈਲੂਏਸ਼ਨ ਹੈਗੀ ਆ ਫੋਰਮੈਟਿਵ ਤੇ ਸਮੈਟਿਵ ਹੈ ਨਾ, ਯਾਨੀ ਕਿ CCE ਹੈਗੀ ਆ ਜਿਹੜੀ ਉਹਨੂੰ ਲਾਗੂ ਕੀਤਾ ਜਾਵੇ ਸਕੂਲਾਂ ਦੇ ਵਿੱਚ। ਠੀਕ ਹੈ, ਸਕੂਲ ਬੇਸਡ ਸਿਸਟਮ ਦੇ ਵਿੱਚ ਇਹਨੂੰ ਐਡ ਕੀਤਾ ਜਾਵੇ। 2009 ਦੇ ਵਿੱਚ ਇਹ ਗੱਲ ਨੂੰ ਰਾਈਟ ਟੂ ਐਜੂਕੇਸ਼ਨ ਦੇ ਅੰਦਰ ਪੇਸ਼ ਕੀਤਾ ਗਿਆ ਸੀ। ਠੀਕ ਹੈ, ਜਿਹਨੂੰ ਬਾਕੀ ਸਾਰੇ ਸਕੂਲ ਜਿਹੜੇ ਆ ਉਹ ਮੰਨ ਰਹੇ ਆ। ਠੀਕ ਹੈ ਜੀ, ਕਲੀਅਰ ਹੈ ਇਹਨਾਂ ਸਭ ਨੂੰ? ਕੋਈ ਵੀ ਡਾਊਟ ਬੇਟਾ ਜੀ ਜਿੰਨਾ ਸੀ ਕੀਤਾ? ਸੱਤਵੇਂ ਕੁਐਸਚਨ ਦਾ ਵੇਟ ਕਰੋ ਬੇਟਾ। सत्वें क्वेश्चन आंसर बेटा जी ऑपरेंट कंडीशनिंग थ्योरी। ठीक है, ऑपरेंट कंडीशनिंग थ्योरी कॉन्सिक्वेंस दिता होया ना, consequence the consequence of behavior produce change in the probability of behavior consequences। ठीक है, नतीजे दे ऊपर रिस्पांस दे ऊपर जेड़ा हैगा तुहाडा बिहेवियर कच्चा हुंदा जां पक्का हुंदा, रिस्पांस दे आधार दे ऊपर ही तुसी लर्निंग करदे हो। केड़ी थ्योरी आती है? ऑपरेंट कंडीशनिंग लर्निंग। ठीक है, 8वें ਦਾ ਕੀ ਪੁੱਛ ਰਹੇ ਹੋ ਬੇਟਾ? ठीक है, फ्रीक्वेंसी ऑफ रिस्पॉन्स इनक्रीज। ठीक है, फ्रीक्वेंसी ऑफ रिस्पॉन्स इंक्रीज कर रहे हैं तो मतलब किसी ना किसी तरह की रीइंफोर्समेंट हो रही है। ठीक है, अगर बेटा इतने डिक्रीज दिता हुंदा ना, डिक्रीज दिता हुंदा घट करना, तो फिर किसी ना किसी तरह की पनिशमेंट होनी सी, जिवें मैं तुहानू दस्सिया। ठीक है, तो रिस्पॉन्स इनक्रीज लिखा तो मतलब रीइंफोर्समेंट हो रही है। इज फॉलोड बाय रिमूवल ऑफ अवर्सिव स्टिमुलस। ठीक है, रिमूवल ऑफ अवर्सिव स्टिमुलस, जेड़ा स्टिमुलस तुहानू ਆਪਾਂ ਇਹ ਕਹੀਏ ਅਨਪਲੇਜ਼ੈਂਟ ਆ ਤੁਹਾਡੇ ਲਈ। ਠੀਕ ਹੈ, ਪਸੰਦ ਨਹੀਂ ਹੈਗਾ ਤੁਹਾਨੂੰ, ਉਸ ਸਟਿਮੂਲਸ ਨੂੰ ਰਿਮੂਵ ਕਰਕੇ। ਠੀਕ ਹੈ, ਉਸ ਸਟਿਮੂਲਸ ਨੂੰ ਰਿਮੂਵ ਕਰਕੇ ਅਗਰ ਅਸੀਂ ਬਿਹੇਵੀਅਰ ਬਣਾ ਰਹੇ ਆ, ਰਿਸਪੌਂਸ ਇਨਕਰੀਜ਼ ਕਰ ਰਹੇ ਆ, ਠੀਕ ਹੈ, ਤਾਂ ਫਿਰ ਸਾਡੇ ਕੋਲ ਕੀ ਹੋਊਗੀ ਜੀ? ਨੈਗੇਟਿਵ ਰੀਇਨਫੋਰਸਮੈਂਟ। ਠੀਕ ਹੈ, ਤਾਂ ਬਹੁਤ ਸਿੰਪਲ ਚੀਜ਼ ਆ, ਰਿਸਪੌਂਸ ਇਨਕਰੀਜ਼ ਹੋ ਰਿਹਾ ਤੇ ਇਹਦਾ ਮਤਲਬ ਰੀਇਨਫੋਰਸਮੈਂਟ ਆ। ਬਟ ਕਿਸ ਤਰ੍ਹਾਂ ਦੀ ਆ? ਰਿਮੂਵਲ ਲਿਖਿਆ ਹੋਇਆ, ਤਾਂ ਰਿਮੂਵ ਕਿਹਦੇ ਚ ਕਰਦੇ ਆ ਜੀ? ਅਸੀਂ ਨੈਗੇਟਿਵ ਰੀਇਨਫੋਰਸਮੈਂਟ ਦੇ ਵਿੱਚ। ਠੀਕ ਹੈ, ਰਿਮੂਵ ਕਰਦੇ ਆ ਅਸੀਂ ਕਿਹਦੇ ਚ ਜੀ? ਨੈਗੇਟਿਵ ਦੇ ਵਿੱਚ। ਤੇ ਪੋਜ਼ਿਟਿਵ ਦੇ ਵਿੱਚ ਅਸੀਂ ਕੀ ਕਰਦੇ ਆ ਜੀ? ਐਡ। ਠੀਕ ਹੈ, ਐਡ ਕਰਦੇ ਆ ਪਲੇਜ਼ੈਂਟ ਬਿਹੇਵੀਅਰ, ਚੰਗੀ ਚੀਜ਼, ਕੋਈ ਵੀ ਚੰਗੀ ਚੀਜ਼, ਕੋਈ ਵੀ ਜਿਹੜੀ ਤੁਹਾਨੂੰ ਪਸੰਦ ਦੀ ਚੀਜ਼ ਉਹ ਐਡ ਕਰਦੇ ਆ। ਠੀਕ ਹੈ, ਰਿਮੂਵ ਕਰਦੇ ਆ ਮਤਲਬ ਕੋਈ ਨਾ ਕੋਈ ਚੀਜ਼ ਖਤਮ ਕਰਦੇ ਆ ਜਿਹੜੀ ਕਿ ਪਸੰਦ ਨਹੀਂ ਹੈਗੀ। ਠੀਕ ਹੈ, ਕਲੀਅਰ? ਦੋਨਾਂ ਦਾ ਪਰਪਸ ਕੀ ਹੈਗਾ? ਬਿਹੇਵੀਅਰ ਬਣਾਉਣਾ, ਇਨਕਰੀਜ਼ ਕਰਨਾ। सिक्स्थ ਤੁਹਾਨੂੰ ਲਾਸਟ ਸੈਸ਼ਨ ਦੇ ਵਿੱਚ ਕਰਵਾਇਆ ਸੀ ਨਾ, ਆਈ ਥਿੰਕ। ਮੈਂ ਚੈੱਕ ਕਰਦੀ ਹਾਂ, ਵੇਟ ਕਰੋ, ਤੁਹਾਡਾ ਟਾਈਮ ਬਹੁਤ ਭੱਜ ਜਾਂਦਾ ਨਾ। 6 ਦਾ ਬੇਟਾ ਜੀ ਜੈਂਡਰ ਸਟੀਰੀਓਟਾਈਪ ਆ। ਠੀਕ ਹੈ, ਜੈਂਡਰ ਸਟੀਰੀਓਟਾਈਪ ਆ, ਕਿਉਂ ਆ? ਇਹਨੂੰ ਤੁਸੀਂ ਲਾਸਟ ਕਲਾਸ ਜਿਹੜੀ ਹੈਗੀ ਆ ਸੈਸ਼ਨ ਦੇਖ ਲਿਓ, ਤੁਹਾਨੂੰ ਸਾਰਾ ਸਮਝ ਆ ਜਾਏਗਾ। ਜੈਂਡਰ ਸਟੀਰੀਓਟਾਈਪ ਕਾਫੀ ਮੈਂ ਵੀਡੀਓ ਦੇਖੀਆਂ ਹੋਈਆਂ ਨੇ YouTube ਦੇ ਉੱਪਰ, ਹੈ ਨਾ। ਤੁਹਾਨੂੰ ਜਦੋਂ ਪੇਪਰ ਡਿਸਕਸ ਕੀਤਾ ਤਾਂ ਕਾਫੀ ਜਾਣਿਆਂ ਨੇ ਤੁਹਾਨੂੰ ਜੈਂਡਰ ਰੋਲ ਕਰਵਾਇਆ। ਜੈਂਡਰ ਰੋਲ ਨਹੀਂ ਹੈਗਾ, ਇਟਸ ਆ ਇੱਕ ਤਰੀਕੇ ਨਾਲ ਬਿਲੀਫ। ਜਦੋਂ ਬਿਲੀਫ ਹੋਵੇ ਤਾਂ ਫਿਰ ਬਿਲੀਫ ਸਟੀਰੀਓਟਾਈਪ ਹੁੰਦਾ। ਠੀਕ ਹੈ बेटा, ध्यान दे विच रखियो। देखो, मैं तुहानू जो उपर तो तुहाडी क्लास किसी भी वक्त खत्म हो सकती है, जिथे कट्टी गई उत्थे कट्टी जाऊगी। ठीक है, बट इत्थे मैं तुहानू एक चीज क्लीयर करदा, तुहानू किहदे चों फिक्स क्वेश्चन ने आउणगे ही आउणगे। एक तां बेटा जी तुहानू डेवलपमेंट, ठीक है, डेवलपमेंट दे विचों पहला क्वेश्चन ही तुहानू पिया होया आऊगा ही आऊगा। दूजा तुहानू प्याजे दे विचों क्वेश्चन डेफिनेटली आऊगा। देखो, सैकेंड क्वेश्चन प्याजे दे विचों आ, वाइगोस्की दे विचों क्वेश्चन आउण दी पूरी पॉसिबिलिटी रहेगी। जिवें मैं तुहानू पहिलां भी दस्सिया सीगा कि प्याजे, वाइगोस्की ते कोलबर्ग ਇਹਦੇ ਚੋਂ ਪੱਕਾ ਤੁਹਾਨੂੰ ਪੇਪਰ ਦੇ ਵਿੱਚ ਕੁਐਸਚਨ ਮਿਲਣਗੇ। ਚੌਥਾ ਕੁਐਸਚਨ ਤੁਹਾਨੂੰ ਕੋਲਬਰਗ ਦੇ ਵਿੱਚੋਂ ਪਿਆ ਹੋਇਆ। ਠੀਕ ਹੈ, ਕਲੀਅਰ? ਇਹ ਕੁਐਸਚਨ ਤੁਹਾਨੂੰ ਗਿਫਟਡ ਜਿਹੜੇ ਤੁਹਾਡੇ ਚਿਲਡਰਨ ਵਿਦ ਸਪੈਸ਼ਲ ਨੀਡ ਨੇ, ਸਾਰੇ ਟੌਪਿਕ, ਸਬ ਟੌਪਿਕ ਦੇ ਵਿੱਚੋਂ ਤੁਹਾਨੂੰ ਮੇਜਰ ਕੁਐਸਚਨ ਮਿਲਣਗੇ। ਜੈਂਡਰ
ਮੋਸਟ ਇੰਪੋਰਟੈਂਟ ਟੌਪਿਕ ਤੁਹਾਨੂੰ ਡੈਫੀਨੇਟਲੀ ਪੇਪਰ ਦੇ ਵਿੱਚ ਕੁਐਸਚਨ ਮਿਲੂਗਾ ਹੀ ਮਿਲੂਗਾ। ਜਿਹੜੀਆਂ ਲਰਨਿੰਗ ਦੀਆਂ ਥਿਊਰੀਆਂ ਨੇ ਉਹਦੇ ਵਿੱਚੋਂ ਪੈਵਲਵ ਦੀ ਥਿਊਰੀ ਧਿਆਨ ਦੇ ਨਾਲ ਕਰੋ, ਸਕਿਨਰ ਦੀ ਥਿਊਰੀ ਧਿਆਨ ਦੇ ਨਾਲ ਕਰੋ, ਕੋਲਰ ਦੀ ਥਿਊਰੀ ਧਿਆਨ ਦੇ ਨਾਲ ਕਰੋ, ਠੀਕ ਹੈ। ਇਹਨਾਂ ਥਿਊਰੀਆਂ ਦੇ ਵਿੱਚੋਂ ਤੁਹਾਨੂੰ ਡੈਫੀਨੇਟਲੀ ਕੁਐਸਚਨ ਮਿਲਣਗੇ।